as sins go, all sins are equal before God. ਪਰਮੇਸ਼ਵਰ ਦੀ ਅੱਖਾਂ ਦੇ ਸਾਹਮਣੇ ਸਾਰੇ ਪਾਪ ਇੱਕੋ ਵਰਗੇ ਹੈਗੇ, But there is one sin that God hates. ਲੇਕਿਨ ਇੱਕ ਹੈਗਾ ਪਾਪ ਜਿਹਦੇ ਨਾਲ ਘ੍ਰਿਣਾ ਕਰਦੇ ਪਰਮੇਸ਼ਵਰ। It is a life-threatening sin. ਇਹ ਘਾਤਕ ਪਾਪ ਹੈਗਾ। It holds back revivals, ਇਹ ਜਿਹੜਾ ਹੈਗਾ ਰਿਵਾਈਵਲ ਨੂੰ ਪਿੱਛੇ ਹਟਾ ਦਿੰਦਾ ਹੈਗਾ, destroys homes, ਘਰਾਂ ਨੂੰ ਬਰਬਾਦ ਕਰ ਦਿੰਦਾ, ruins the nation, ਪੂਰੇ ਦੇਸ਼ ਨੂੰ ਜਿਹੜਾ ਬਰਬਾਦ ਕਰ ਦਿੰਦਾ, causes Christians to live in failure and defeat, ਮਸੀਹ ਲੋਕਾਂ ਨੂੰ ਜਿਹੜਾ ਹੈਗਾ ਹਾਰ ਵਿੱਚ ਜੀਣ ਨੂੰ ਮਜਬੂਰ ਕਰਦਾ, sends more people to hell than any other sin. ਇਸ ਪਾਪ ਤੋਂ ਜ਼ਿਆਦਾ ਜਿਹੜਾ ਹੈਗਾ ਲੋਕ ਨਰਕ ਨਹੀਂ ਜਾ ਰਹੇ। It is the sin of pride. ਇਹ ਹੈਗਾ ਅਹੰਕਾਰ ਦਾ। How many of you are proud? How many of you have pride? Let's see. ਕਿੰਨੇ ਲੋਕਾਂ ਨੂੰ ਜਿਹੜਾ ਹੈਗਾ ਅਹੰਕਾਰ ਹੈਗਾ? Few have lifted, but I'm talking to people who didn't lift their hands today. ਕੁਝ ਲੋਕਾਂ ਨੇ ਹੱਥ ਖੜੇ ਕੀਤੇ, ਲੇਕਿਨ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਜਿਨ੍ਹਾਂ ਨੇ ਨਹੀਂ ਕੀਤੇ। The title today is Pride, the Deadly Sin. ਸ਼ੀਰਸ਼ਕ ਅੱਜ ਦਾ ਹੈਗਾ ਸੰਦੇਸ਼ ਦਾ ਅਹੰਕਾਰ ਬਹੁਤ ਘਾਤਕ ਪਾਪ। I'm going to show you how pride destroys us. ਮੈਂ ਦਿਖਾਣਾ ਚਾਹੁੰਦਾ ਕਿ ਇਹ ਅਹੰਕਾਰ ਸਾਨੂੰ ਕਿਸ ਤਰ੍ਹਾਂ ਬਰਬਾਦ ਕਰਦਾ। It is a cancer that slowly destroys us. ਇੱਕ ਤਰ੍ਹਾਂ ਕੈਂਸਰ ਦੀ ਬਿਮਾਰੀ ਹੈਗੀ ਹੈ, ਧੀਰੇ ਧੀਰੇ ਮਾਰਦਾ ਹੈਗਾ। It needs to be dealt with through the Lord Holy Spirit. ਇਹਨੂੰ ਜਿਹੜਾ ਹੈਗਾ ਪਵਿੱਤਰ ਆਤਮਾ ਦੀ ਅਗਵਾਈ ਦੇ ਅੰਦਰ ਜਿਹੜਾ ਹੈਗਾ ਤੁਹਾਨੂੰ ਸਫਾਈ ਕਰਨੀ ਹੈ। Remember Lord Jesus said, deny yourself, take up the cross and follow me. ਪ੍ਰਭੂ ਯਿਸੂ ਨੇ ਕਿਹਾ ਹੈਗਾ ਸੀ ਕਿ ਆਪਣੇ ਆਪ ਨੂੰ ਨਕਾਰੋ ਔਰ ਕਰੂਸ ਨੂੰ ਉਠਾ ਕੇ ਮੇਰੇ ਪਿੱਛੇ ਚੱਲੋ। This is the hardest command. ਇਹ ਜਿਹੜਾ ਆਦੇਸ਼ ਹੈਗਾ ਸਭ ਤੋਂ ਔਖਾ ਹੈਗਾ। Inside every man, inside every one of us, ਸਾਡੇ ਅੰਦਰ ਹਰ ਇੱਕ ਇਨਸਾਨ ਦੇ that person is the most important person. ਕਿ ਇਹੀ ਚੀਜ਼ ਹੈਗੀ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਬਹੁਮੁੱਲੇ ਹੈਗੇ ਆ। For example, inside me, James Williams is the most important person. ਉਦਾਹਰਨ ਦੇ ਰੂਪ ਵਿੱਚ ਜਿਹੜਾ ਹੈਗਾ ਮੇਰੀ ਆਪਣੀ ਨਜ਼ਰਾਂ ਦੇ ਅੰਦਰ ਮੈਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਨਸਾਨ ਆ। Pride holds me up. ਅਹੰਕਾਰ ਜਿਹੜਾ ਹੈਗਾ ਮੈਨੂੰ ਉੱਪਰ ਉਠਾ ਦਿੰਦਾ। That is with every human being. ਇਹ ਹਰ ਇੱਕ ਇਨਸਾਨ ਦੇ ਅੰਦਰ ਹੁੰਦਾ। But there is no following Christ without denying ourselves and taking up our cross. ਲੇਕਿਨ ਪ੍ਰਭੂ ਯਿਸੂ ਦੇ ਪਿੱਛੇ ਅਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਨਕਾਰ ਕੇ ਔਰ ਕਰੂਸ ਨੂੰ ਉਠਾ ਕੇ ਨਹੀਂ ਚੱਲ ਸਕਦੇ ਬਿਨਾਂ ਉਹਦੇ। Pride is very deceitful. ਅਹੰਕਾਰ ਜਿਹੜਾ ਹੈਗਾ ਬਹੁਤ ਧੋਖੇਧੜ ਹੁੰਦਾ। Many people who are infected with pride don't know that they have pride. ਬੜੇ ਲੋਕਾਂ ਜਿਨ੍ਹਾਂ ਨੂੰ ਅਹੰਕਾਰ ਹੁੰਦਾ ਹੈਗਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਹੰਕਾਰ ਹੈਗਾ। In fact, a proud person is very proud of his or her humility. ਜਿਹੜਾ ਅਹੰਕਾਰੀ ਇਨਸਾਨ ਹੁੰਦਾ ਹੈਗਾ ਉਹਨੂੰ ਆਪਣੀ ਦੀਨਤਾ ਦੇ ਉੱਤੇ ਬਹੁਤ ਅਹੰਕਾਰ ਹੁੰਦਾ ਹੈ। Pride brought Satan down. ਅਹੰਕਾਰ ਜਿਹੜਾ ਥੱਲੇ ਲਿਆਂਦਾ ਉਹਨੂੰ। Pride brought Adam down. ਅਹੰਕਾਰ ਨੂੰ ਜਿਹੜਾ ਹੈਗਾ ਆਦਮ ਨੂੰ ਵੀ ਥੱਲੇ ਲਿਆਇਆ। Pride brought the wisest king Solomon down. ਜਿਹੜਾ ਸੁਲੇਮਾਨ ਜਿਹੜਾ ਹੈਗਾ ਸਭ ਤੋਂ ਸਿਆਣਾ ਰਾਜਾ ਸੀ ਉਹਨੂੰ ਵੀ ਜਿਹੜਾ ਹੈਗਾ ਅਹੰਕਾਰ ਨੇ ਥੱਲੇ It brought ਉਤਾਰਿਆ। King Herod down. ਜਿਹੜਾ ਰਾਜਾ ਹੈਰੋਡ ਹੈਗਾ ਸੀ ਉਹਨੂੰ ਵੀ ਥੱਲੇ ਉਤਾਰਿਆ। Human history has so many examples of mighty men and women who were destroyed because of pride. ਇਨਸਾਨਾਂ ਦੇ ਇਤਿਹਾਸ ਦੇ ਅੰਦਰ ਜਿਹੜਾ ਹੈਗਾ ਬਹੁਤ ਇਹੋ ਜਿਹੇ ਵੱਡੇ ਇਨਸਾਨ ਹੋਏ ਨੇ ਜਿਨ੍ਹਾਂ ਨੇ ਅਹੰਕਾਰ ਦੇ ਕਾਰਨ ਜਿਹੜਾ ਹੈਗਾ ਥੱਲੇ ਗਿਰੇ। Pride weaves into every element of our body like fat in the muscle. ਜਿਸ ਤਰ੍ਹਾਂ ਜਿਹੜਾ ਹੈਗਾ ਸਾਡੀ ਹਾੜ ਮਾਸ ਦੇ ਅੰਦਰ ਜਿਹੜਾ ਫੈਟ ਆ ਜਾਂਦਾ ਹੈਗਾ ਉਸੇ ਤਰ੍ਹਾਂ ਅਹੰਕਾਰ ਹਰ ਇੱਕ ਚੀਜ਼ ਦੇ ਅੰਦਰ ਆ ਜਾਂਦਾ ਸਾਡੇ। We should consider this seriously. ਸਾਨੂੰ ਇਹਨੂੰ ਜਿਹੜਾ ਧਿਆਨ ਨਾਲ ਚੱਲਣਾ ਚਾਹੀਦਾ ਇਹਦੇ ਨਾਲ। In Proverbs 6:16, God says 7 things are an abomination to him. ਨੀਤੀ ਵਚਨ 6:16 ਦੇ ਅੰਦਰ ਕਿਹਾ ਹੈਗਾ ਪਰਮੇਸ਼ਰ ਨੇ ਕਿ ਮੈਨੂੰ 7 ਚੀਜ਼ਾਂ ਹੈਗੀਆਂ ਜਿਹੜੀ ਮੈਂ ਘ੍ਰਿਣਾ ਕਰਨਾ ਹੈਗਾ। What is the number one? ਸਭ ਤੋਂ ਪਹਿਲੀ ਕੀ ਹੈ? You can read, proud look. ਅਹੰਕਾਰ ਦੇਖਣ ਦੀ ਦ੍ਰਿਸ਼ਟੀ। That is the way of the old saying that the proud lifestyle. That's what it means. ਪੁਰਾਣੇ ਜ਼ਮਾਨੇ ਦੇ ਅੰਦਰ ਜਿਹੜਾ ਹੈ ਬਈ ਜਿਹੜਾ ਅਹੰਕਾਰੀ ਜੀਵਨ ਜੀ ਰਿਹਾ ਹੈਗਾ ਉਹਨੂੰ ਇਸ ਤਰ੍ਹਾਂ ਕਿਹਾ ਜਾਂਦਾ। It is an abomination to God. ਪਰਮੇਸ਼ਵਰ ਨੂੰ ਇਹ ਚੀਜ਼ ਘ੍ਰਿਣਾ ਹੁੰਦੀ ਹੈਗੀ ਹੈ। There is sin. ਇੱਕ ਪਾਪ ਹੁੰਦਾ। There is iniquity. ਇਨਿਕੁਇਟੀ ਹੈਗੀ ਹੈ। There is abomination. ਔਰ ਇੱਕ ਜਿਹੜਾ ਹੈਗਾ ਘ੍ਰਿਣਤ। God can deal with sin. ਪਰਮੇਸ਼ਵਰ ਜਿਹੜਾ ਹੈਗਾ ਪਾਪ ਦੇ ਨਾਲ ਕਰ ਸਕਦੇ ਕੰਮ। When you practice sin, it becomes iniquity. ਜਦੋਂ ਤੁਸੀਂ ਉਸ ਪਾਪ ਨੂੰ ਲਗਾਤਾਰ ਕਰਦੇ ਹੋ ਉਹ ਇਨਿਕੁਇਟੀ ਬਣ ਜਾਂਦੀ। God deals with that. ਪਰਮੇਸ਼ਵਰ ਉਹਦੇ ਨਾਲ ਵੀ ਡੀਲ ਕਰਦੇ। But abomination is something God does not want any Christian to have. ਲੇਕਿਨ ਅਹੰਕਾਰ ਇਹੋ ਜਿਹੀ ਚੀਜ਼ ਹੈਗੀ ਹੈ ਅਬੋਮੀਨੇਸ਼ਨ ਜਿਹਨੂੰ ਘ੍ਰਿਣਿਤ ਗਈ ਹੈ
ਕਿ ਜਿਹੜੇ ਪਰਮੇਸ਼ਵਰ ਨਹੀਂ ਚਾਹੁੰਦੇ ਕਿਸੇ ਮਸੀਹ ਦੇ ਅੰਦਰ ਹੋਵੇ। Today we are going to see what is pride. ਅਸੀਂ ਦੇਖਾਂਗੇ ਅਹੰਕਾਰ ਕੀ ਚੀਜ਼ ਹੁੰਦੀ ਹੈ। Understanding pride through the eyes of Scripture. ਵਚਨ ਦੇ ਅੱਖਾਂ ਦੇ ਨਾਲ ਦੇਖਣੇ ਹੈਗੇ ਕਿ ਅਹੰਕਾਰ ਨੂੰ ਕੀ ਕਿਹਾ ਗਿਆ ਹੈ And how to deal with pride. ਔਰ ਉਹਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ। So first one, what is pride? ਸਭ ਤੋਂ ਪਹਿਲੀ ਚੀਜ਼ ਕਿ ਅਹੰਕਾਰ ਕੀ ਹੁੰਦਾ ਹੈ। Are you guys excited? Okay, let's check your lives as we are listening, because what happens is let the Lord Holy Spirit talk to us. ਆਪਣੇ ਜੀਵਨ ਨੂੰ ਪਰਖੋ ਕਿ ਬਈ ਮੇਰੇ ਅੰਦਰ ਇਹ ਚੀਜ਼ ਤਾਂ ਨਹੀਂ ਹੈਗੀ, ਤਾਂ ਕਿ ਪਵਿੱਤਰ ਆਤਮਾ ਜਿਹੜਾ ਹੈਗਾ ਉਹਨੂੰ ਠੀਕ ਕਰ ਸਕੇ। Pride is an attitude of independence from God. ਅਹੰਕਾਰ ਜਿਹੜਾ ਹੈਗਾ ਇੱਕ ਦਿਮਾਗੀ ਰਵੱਈਆ ਹੈਗਾ ਹੈ ਕਿ ਤੁਸੀਂ ਪਰਮੇਸ਼ਵਰ ਤੋਂ ਆਜ਼ਾਦ ਹੋ। As preparation for this message, I heard many men of God speak about pride. ਇਹ ਸੰਦੇਸ਼ ਤਿਆਰ ਕਰਨ ਵਾਸਤੇ ਜਿਹੜਾ ਹੈਗਾ ਮੈਂ ਕਾਫੀ ਜਿਹੜੇ ਹੈਗਾ ਲੋਕਾਂ ਨੂੰ ਸੁਣਿਆ ਜੋ ਅਹੰਕਾਰ ਦੇ ਬਾਰੇ 'ਚ ਕਹਿ ਰਹੇ ਸੀ। Adrian Rogers said like this. ਏਡਰੀਅਨ ਰੋਜਰਸ ਨੇ ਇਸ ਤਰ੍ਹਾਂ ਕਿਹਾ ਸੀ, Do you know why people don't pray? ਤੁਹਾਨੂੰ ਪਤਾ ਹੈਗਾ ਕਿ ਲੋਕੀ ਜਿਹੜਾ ਹੈਗਾ ਪ੍ਰਾਰਥਨਾ ਕਿਉਂ ਨਹੀਂ ਕਰਦੇ? Prayerlessness is not the problem. ਪ੍ਰਾਰਥਨਾ ਨਾ ਕਰਨਾ ਜਿਹੜਾ ਹੈਗਾ ਉਹ ਪ੍ਰੋਬਲਮ ਨਹੀਂ ਹੈਗੀ। The great problem is that they don't feel the need to pray. ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਪ੍ਰਾਰਥਨਾ ਕਰਨ ਦੀ। Pride prevents prayer. ਅਹੰਕਾਰ ਜਿਹੜਾ ਹੈਗਾ ਰੋਕਦਾ ਹੈਗਾ ਉਹਨਾਂ ਨੂੰ ਪ੍ਰਾਰਥਨਾ ਕਰਨ ਤੋਂ। Prayerlessness is a spirit of independence from God. ਪ੍ਰਾਰਥਨਾ ਨਾ ਕਰਨਾ ਜਿਹੜਾ ਹੈਗਾ ਪਰਮੇਸ਼ਵਰ ਤੋਂ ਆਜ਼ਾਦਗੀ ਦੀ ਜਿਹੜੀ ਹੈਗੀ ਆਤਮਾ ਹੈਗੀ ਹੈ। If you are wrestling with prayerlessness, you are actually wrestling with pride. ਜੇ ਤੁਹਾਨੂੰ ਜਿਹੜਾ ਹੈਗਾ ਪ੍ਰਾਰਥਨਾ ਨਾ ਕਰਨ ਦੇ ਨਾਲ ਜਿਹੜਾ ਤੁਸੀਂ ਮੁठਭੇੜ ਕਰਦੇ ਪਏ ਹੈਗੇ ਹੋ, ਤੇ ਇਹਦਾ ਮਤਲਬ ਤੁਸੀਂ ਅਹੰਕਾਰ ਦੇ ਨਾਲ ਕਰਦੇ ਪਏ ਹੋ। Pride also esteems one's self better than others. ਅਹੰਕਾਰ ਜਿਹੜਾ ਹੈਗਾ ਤੁਹਾਨੂੰ ਸਮਝਾਉਂਦਾ ਹੈਗਾ ਕਿ ਵੀ ਹਾਂ ਤੁਸੀਂ ਲੋਕਾਂ ਤੋਂ ਬਿਹਤਰ ਹੈਗੇ ਹੋ। Because you have achieved certain things, because you have certain things, you think you are better than somebody. ਤੁਸੀਂ ਕਿਸੇ ਕੋ ਮੁਕਾਮ ਤੇ ਪਹੁੰਚ ਗਏ ਹੋ, ਤੁਹਾਡੇ ਕੋਲ ਬਹੁਤ ਜ਼ਿਆਦਾ ਚੀਜ਼ਾਂ ਹੈਗੀਆਂ, ਤਾਂ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਤੁਸੀਂ ਬਿਹਤਰ ਹੈਗੇ ਹੋ। There are some characteristics of proud people. ਜਿਹੜੇ ਅਹੰਕਾਰੀ ਲੋਕ ਹੁੰਦੇ ਨੇ ਉਹ ਕੁਝ ਉਹਨਾਂ ਦੀ ਕੈਰੈਕਟਰਿਸਟਿਕਸ ਹੈਗੀਆਂ। I know these are not in you guys, but it is about proud people. ਮੈਨੂੰ ਪਤਾ ਹੈ ਕਿ ਤੁਹਾਡੇ ਲੋਕਾਂ 'ਚ ਨਹੀਂ ਹੈਗਾ, ਲੇਕਿਨ ਇਹ ਅਹੰਕਾਰੀ ਲੋਕਾਂ ਦੇ ਅੰਦਰ ਹੁੰਦਾ। A proud person becomes irritated when corrected of mistakes. ਇੱਕ ਅਹੰਕਾਰੀ ਇਨਸਾਨ ਜਦੋਂ ਉਹਦੀ ਕੋਈ ਗਲਤ ਚੀਜ਼ ਦੱਸੀ ਜਾਵੇ ਤੇ ਉਹ ਜਿਹੜਾ ਹੈਗਾ ਉਹਨੂੰ ਬੁਰਾ ਲੱਗਦਾ। A proud person accepts praise over things with he or she have no control. ਜਿਹੜੀਆਂ ਚੀਜ਼ਾਂ ਦੇ ਉੱਤੇ ਉਹਦਾ ਕੋਈ ਆਭਾਰ ਨਹੀਂ ਹੈਗਾ, ਕੋਈ ਕਿਸੇ ਚੀਜ਼ ਦੇ ਉੱਤੇ ਉਹਦਾ ਕੋਈ ਹੱਥ ਨਹੀਂ ਹੈਗਾ, ਉਸ ਚੀਜ਼ ਦੀ ਪ੍ਰਸ਼ੰਸਾ ਬੜੇ ਆਰਾਮ ਨਾਲ ਲੈ ਲੈਂਦਾ। The whole modeling business works on this principle. ਜਿੰਨਾ ਮਾਡਲਿੰਗ ਦਾ ਬਿਜ਼ਨਸ ਹੈਗਾ ਇਸੀ ਚੀਜ਼ ਦੇ ਉੱਤੇ ਆਉਂਦਾ ਹੈਗਾ। I am beautiful or I am handsome, so I am proud about it. ਕਿ ਮੈਂ ਬਹੁਤ ਹੀ ਸੁੰਦਰ ਹੈਗਾ ਤੇ ਉਹਦੇ ਕਾਰਨ ਮੈਂ ਹੰਕਾਰੀ ਹਾਂ। They didn't do a thing to become beautiful or handsome. ਉਹਨਾਂ ਜਿਹੜਾ ਹੈਗਾ ਸੁੰਦਰ ਬਣਨ ਵਾਸਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ। Pride thinks that the spouse, either husband or wife, can be ill-treated. ਜਿਹੜਾ ਅਹੰਕਾਰੀ ਹੈਗਾ ਉਹ ਪਤੀ ਜਾਂ ਪਤਨੀ ਜਿਹੜਾ ਹੈਗਾ ਇੱਕ ਦੂਜੇ ਨੂੰ ਜਿਹੜਾ ਹੈਗਾ ਬੁਰਾ ਵਰਤਾਵ ਕਰ ਸਕਦੇ ਹੈਗੇ। Pride will never accept mistakes. ਅਹੰਕਾਰ ਜਿਹੜਾ ਹੈਗਾ ਕਦੀ ਵੀ ਨਹੀਂ ਮੰਨੇਗਾ ਕਿ ਹਾਂ ਵੀ ਮੇਰੀ ਗਲਤੀ ਹੈ। Pride refuses to take counsel from others. ਅਹੰਕਾਰੀ ਲੋਕ ਜਿਹੜਾ ਹੈਗਾ ਦੂਜੇ ਲੋਕਾਂ ਤੋਂ ਜਿਹੜਾ ਕੋਈ ਸਲਾਹ ਨਹੀਂ ਲੈਣਾ ਚਾਹੁੰਦੇ। Pride always is in competition with others even when there is a no competition. ਜਿਹੜੇ ਅਹੰਕਾਰੀ ਲੋਕ ਹੈਗੇ ਉਹ ਦੂਜੇ ਲੋਕਾਂ ਦੇ ਨਾਲ ਜਿਹੜਾ ਹੈਗਾ ਕੰਪੀਟੀਸ਼ਨ 'ਚ ਰਹਿੰਦੇ, ਭਾਵੇਂ ਕੋਈ ਗੱਲ ਹੋਵੇ ਜਾਂ ਨਾ ਹੋਵੇ। Pride does not want more. ਅਹੰਕਾਰੀ ਲੋਕ ਜਿਹੜਾ ਜ਼ਿਆਦਾ ਨਹੀਂ ਮੰਗਦੇ, They want more than somebody else. ਉਹ ਕਿਸੇ ਹੋਰ ਕੋਲੋਂ ਜ਼ਿਆਦਾ ਮੰਗਦੇ। Do you hear about there is a clever salesman who was always winning awards in sales. ਇੱਕ ਜਿਹੜਾ ਹੈਗਾ ਸੇਲਸਮੈਨ ਹੈਗਾ ਸੀ, ਉਹਨੂੰ ਹਮੇਸ਼ਾ ਜਿਹੜਾ ਕੋਈ ਨਾ ਕੋਈ ਅਵਾਰਡ ਮਿਲਦਾ ਰਹਿੰਦਾ ਸੀ। What was his closing line? ਇਹ ਉਹਦੀ ਜਿਹੜੀ ਹੈਗੀ ਹੈ ਅੰਤਿਮ ਜਿਹੜੀ ਲਾਈਨ ਸੀ ਉਹ ਇਹ ਸੀ। It's like this. ਇਸ ਤਰ੍ਹਾਂ He said, "Let me show you something several of your neighbors said you can never afford." ਮੈਂ ਤੁਹਾਨੂੰ ਦਿਖਾਣਾ ਹੈ ਕੁਝ ਇਹੋ ਜਿਹੀ ਚੀਜ਼ ਜਿਹੜੀ ਤੁਹਾਡੇ ਬੜੇ ਜਿਹੜੇ ਪੜੋਸੀ ਹੈਗੇ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਅਫੋਰਡ ਨਹੀਂ ਕਰ ਸਕਦੇ। So did my neighbor say I cannot afford? Then I definitely have to buy it. ਕਿ ਜੇ ਮੇਰੇ ਪੜੋਸੀ ਨੇ ਕਿਹਾ ਕਿ ਤੂੰ ਇਹ ਅਫੋਰਡ ਨਹੀਂ ਕਰ ਸਕਦਾ ਤਾਂ ਫਿਰ ਤਾਂ ਮੈਨੂੰ ਖਰੀਦਣੀ ਹੀ ਹੈ। Parents take pride in child's achievements. I am not talking about that pride. ਮਾਤਾ ਪਿਤਾ ਜਿਹੜਾ ਹੈਗਾ ਆਪਣੇ ਸੰਤਾਨਾਂ ਦੀ ਜਿਹੜੇ ਜੋ ਵੀ ਉਹ ਮੁਕਾਮ ਤੇ ਪਹੁੰਚਦੇ ਉਹਦੇ ਨਾਲ ਜਿਹੜਾ ਹੈਗਾ ਹੰਕਾਰ ਹੁੰਦੇ ਹੈਗੇ, ਉਹਦੀ ਗੱਲ ਨਹੀਂ ਕਰ ਰਿਹਾ ਮੈਂ।
I'm not talking about people who take pride in their work. They are very good in their work. I'm not talking about that pride. ਮੈਂ ਉਸ ਅਹੰਕਾਰੀ ਦੀ ਗੱਲ ਨਹੀਂ ਕਰ ਰਿਹਾ ਹੈਗਾ ਕਿ ਬਈ ਤੁਸੀਂ ਆਪਣੇ ਕੰਮ ਜਿਹੜਾ ਕੋਈ ਬੰਦਾ ਜਿਹੜਾ ਹੈ ਉਹ ਆਪਣਾ ਬਹੁਤ ਅੱਛਾ ਕੰਮ ਕਰਦਾ ਹੈ ਉਹ ਆਪਣੇ ਕੰਮ ਦੇ ਉੱਤੇ ਜਿਹੜਾ ਹੰਕਾਰ ਕਰਦਾ ਹੈ। What I'm talking about here is being not dependent on God. ਮੈਂ ਜੋ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਪਰਮੇਸ਼ਵਰ ਦੇ ਉੱਤੇ ਜਿਹੜਾ ਹੈ ਨਿਰਭਰ ਨਾ ਹੋਵੋ, ਉਹ ਅਹੰਕਾਰੀ। Not depending on His word. ਉਹਨਾਂ ਦੇ ਵਚਨ ਦੇ ਉੱਤੇ ਜਿਹੜਾ ਹੈ ਤੁਸੀਂ ਨਿਰਭਰ ਨਾ ਹੋਵੋ। Pride, in other words, is thinking more of yourself and thinking less of everything else. ਅਹੰਕਾਰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਆਪਣੇ ਬਾਰੇ 'ਚ ਜ਼ਿਆਦਾ ਉੱਪਰ ਸੋਚਦੇ ਹੋਗੇ ਔਰ ਲੋਕਾਂ ਦਾ ਦੂਜੇ ਲੋਕਾਂ ਨੂੰ ਨੀਚਾ। There is a story told about this Sunday school teacher. ਇੱਕ ਸੰਡੇ ਸਕੂਲ ਟੀਚਰ ਦੇ ਬਾਰੇ 'ਚ ਕਹਾਣੀ ਕਹੀ She ਗਈ was teaching her class on Luke 18:10 to 14. ਲੂਕਾ 10 ਤੋਂ 14 ਦੇ ਬਾਰੇ 'ਚ ਪੜ੍ਹਾ ਰਹੀ She ਸੀ। was talking about the Pharisee who was before God boasting about what he has done for God. ਇੱਕ ਫਰੀਜ਼ੀ ਜਿਹੜਾ ਹੈਗਾ ਉਹ ਪ੍ਰਾਰਥਨਾ ਦੇ ਅੰਦਰ ਜਿਹੜਾ ਹੈਗਾ ਅਹੰਕਾਰੀ ਗੱਲਾਂ ਕਰ ਰਿਹਾ ਸੀ ਕਿ ਵੀ ਮੈਂ ਪਰਮੇਸ਼ਵਰ ਵਾਸਤੇ ਕੀ ਕੰਮ ਕੀਤੇ, How good he was, ਕਿੰਨਾ ਅੱਛਾ ਸੀ, how much fasting he has done. ਕਿੰਨਾ ਉਪਵਾਸ ਰੱਖਿਆ। And he said, I'm better than that publican there. ਔਰ ਇਹ ਜਿਹੜਾ ਦੂਜਾ ਬੰਦਾ ਪਬਲਿਕਨ ਜਿਹੜਾ ਹੈਗਾ ਉਹ ਤੋਂ ਮੈਂ ਬਿਹਤਰ ਹੈਗਾ। There the publican was smote his breast and said, Lord, I'm a sinner. ਉਹ ਪਬਲਿਕਨ ਜਿਹੜਾ ਹੈਗਾ ਉਹ ਰੋਂਦਾ ਪਿਆ ਹੈਗਾ ਸੀ ਪਰਮੇਸ਼ਵਰ ਦੇ ਸਾਹਮਣੇ ਕਿ ਮੈਂ ਪਾਪੀ ਹਾਂ। So she finished the teaching and said, let us pray. ਉਹਨੇ ਸਿੱਖਿਆ ਖਤਮ ਕੀਤੀ ਤੇ ਕਿਹਾ ਪ੍ਰਾਰਥਨਾ ਕਰਨੇ ਆ। She said, Lord, I thank you for this story. ਉਹਨੇ ਕਿਹਾ ਕਿ ਪ੍ਰਭੂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈਗੀ ਹੈ ਇਸ ਕਹਾਣੀ ਦੇ ਬਾਰੇ 'ਚ। We all thank you, Lord, that we are not like the Pharisee. ਅਸੀਂ ਸ਼ੁਕਰੀਆ ਅਦਾ ਕਰਦੇ ਕਿ ਅਸੀਂ ਸਾਰੇ ਫਰੀਸੀ ਵਕਨ ਨਹੀਂ ਹੈਗੇ। She did exactly what the Pharisee did. ਉਹਨੇ ਉਹੀ ਚੀਜ਼ ਦੁਹਰਾਈ ਜਿਹੜੀ ਫਰੀਸੀ ਨੇ ਕੀਤੀ ਸੀ। One comedian said like this, ਇੱਕ ਕਮੇਡੀਅਨ ਨੇ ਇਸ ਤਰ੍ਹਾਂ ਕਿਹਾ modesty is my best quality. ਕਿ ਦੀਨਤਾ ਜਿਹੜੀ ਹੈਗੀ ਹੈ ਮੇਰੀ ਸਭ ਤੋਂ ਅੱਛੀ ਜਿਹੜੀ ਹੈਗੀ ਹੈ ਇੱਕ ਕੁਆਲਿਟੀ ਹੈ। You know, average, they did a survey once and were asking people how they value themselves. ਇੱਕ ਵਾਰ ਜਿਹੜਾ ਸਰਵੇ ਕੀਤਾ ਗਿਆ ਕਿ ਲੋਕੀ ਆਪਣੇ ਮੁੱਲ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ। People always value themselves much better than what they are. ਲੋਕੀ ਜਿਹੜਾ ਹੈਗਾ ਆਪਣੇ ਆਪ ਦਾ ਆਪਣਾ ਜਿਹੜਾ ਮੁੱਲ ਹੈਗਾ ਹਮੇਸ਼ਾ ਬਿਹਤਰ ਮੰਨਦੇ ਹੈਗੇ ਨੇ। Today we are going to talk about the deadliness of pride. ਅਸੀਂ ਜੇ ਗੱਲ ਕਰਾਂਗੇ ਕਿ ਇਹ ਪ੍ਰਾਈਡ ਜਿਹੜਾ ਹੈਗਾ ਇਹਦਾ ਕਿੰਨਾ ਘਾਤਕ ਹੋ ਸਕਦਾ ਹੈ ਕਿਸੇ ਦੇ। Ahankar. ਅਹੰਕਾਰ Because there are different types. Ahankar is what I'm talking about. It's a big one for both Christians and non-Christians. ਇਹ ਚੀਜ਼ ਜਿਹੜੀ ਹੈਗੀ ਬਹੁਤ ਵੱਡੀ ਚੀਜ਼ ਹੈਗੀ ਹੈ ਮਸੀਹੀ ਲੋਕਾਂ ਵਾਸਤੇ ਔਰ ਅਵਿਸ਼ਵਾਸੀਆਂ ਵਾਸਤੇ ਵੀ। At every stage of our Christian development, ਸਾਡੇ ਮਸੀਹੀ ਜੀਵਨ ਦੇ ਅੰਦਰ ਜਿਸ ਤਰ੍ਹਾਂ ਅਸੀਂ ਉੱਪਰ ਚੱਲਨੇ ਹੈਗੇ ਆ and every element of our Christian discipleship, ਔਰ ਅਸੀਂ ਜਿਹੜਾ ਉਹਨਾਂ ਦੇ ਸ਼ਾਗਿਰਦ ਬਣਦੇ ਹੈਗੇ ਪ੍ਰਭੂ ਯਿਸੂ ਦੇ ਉਸ ਜੀਵਨ ਦੇ ਅੰਦਰ pride is the greatest enemy. ਅਹੰਕਾਰ ਜਿਹੜਾ ਹੈਗਾ ਸਾਡਾ ਸਭ ਤੋਂ ਵੱਡਾ ਸ਼ਤਰੂ ਹੈ। Humility is our greatest friend. ਦੀਨਤਾ ਜਿਹੜਾ ਹੈਗਾ ਸਭ ਤੋਂ ਅੱਛਾ ਦੋਸਤ ਹੈ। So what is pride? ਤੇ ਅਹੰਕਾਰ ਕੀ ਹੋਇਆ? It is something that God hates. ਇਹ ਇੱਕ ਚੀਜ਼ ਹੈਗੀ ਹੈ ਜਿਹੜੀ ਪਰਮੇਸ਼ਵਰ ਜਿਹੜਾ ਹੈਗਾ ਘ੍ਰਿਣਾ ਕਰਦੇ ਇਹਦੇ ਨਾਲ। Proverbs 16:5. ਨੀਤੀ ਵਚਨ 16:5 ਲਿਖਿਆ ਹੈ, Everyone that is proud in heart is an abomination to the Lord. Though hand join in hand, he shall not be unpunished. नीति वचन 16:5 लिखा है, सब मन के घमंडियों से यहोवा घृणा करता है। मैं दृढ़ता से कहता हूँ ऐसे लोग निर्दोष ना ठहरेंगे। And James 4:6 says, but he giveth more grace. Wherefore he saith, God resisteth the proud, but giveth grace to the humble. जेम्स 4:6 लिखा है वह तो और भी अनुग्रह देता है। इस कारण यह लिखा है कि परमेश्वर अभिमानियों से विरोध करता है पर दीनों पर अनुग्रह करता है। That word resisteth is a very interesting word in Greek. ਇਹ ਲਫ਼ਜ਼ ਜਿਹੜਾ ਹੈਗਾ ਵਿਰੋਧ ਹੈਗਾ ਗ੍ਰੀਕ ਭਾਸ਼ਾ ਦੇ ਅੰਦਰ ਬੜਾ ਅੱਛਾ ਲਿਖਿਆ ਗਿਆ ਹੈ। Antitasso. ਐਂਟੀਕੈਸੋ ਵਰਡ ਹੈਗਾ। It means God is going to battle against the proud. It means he is going to fight against the proud. ਇਹਦਾ ਅਰਥ ਹੈਗਾ ਕਿ ਪਰਮੇਸ਼ਵਰ ਜਿਹੜਾ ਹੈਗਾ ਲੜਾਈ ਕਰਨਗੇ ਅਭਿਮਾਨੀ ਇਨਸਾਨ ਦੇ ਸਾਹਮਣੇ। Just because you are a Christian doesn't make you immune. ਜੇ ਤੁਸੀਂ ਮਸੀਹ ਹੈਗੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਨਹੀਂ ਲੜਾਈ ਕਰਨਗੇ। Through the Lord Holy Spirit he is going to convict you. ਪਵਿੱਤਰ ਆਤਮਾ ਦੇ ਦੁਆਰਾ ਜਿਹੜਾ ਹੈਗਾ ਉਹ ਤੁਹਾਡੇ ਦਿਲ ਨੂੰ ਜਿਹੜਾ ਹੈਗਾ ਠਹਿਰਾਣਗੇ। If you don't listen, he will start to battle against you. ਜੇ ਤੁਸੀਂ ਸੁਣੋਗੇ ਨਹੀਂ ਉਹਨਾਂ ਦੀ ਗੱਲ ਤੇ ਫਿਰ ਉਹ ਤੁਹਾਡੇ ਨਾਲ ਲੜਾਈ ਕਰਨਗੇ। It's in the New Testament. ਇਹ ਨਵੇਂ ਨਿਯਮ ਚ ਲਿਖਿਆ ਹੈ। I read a few days ago in a funny incident. ਇੱਕ ਜਿਹੜਾ ਹੈਗਾ ਹਾਸੇ ਚੀਜ਼ ਹੋਈ ਕੁਝ ਦਿਨ ਪਹਿਲਾਂ। In Peru, a 30-year-old man was imprisoned overnight for being drunk in public. ਇੱਕ ਪੈਰੂ ਦੇ ਅੰਦਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ
ਪੀਂਦਾ ਹੋਇਆ ਡਰੰਕ ਹੋ ਗਿਆ ਤੇ ਉਹਨੂੰ ਜਿਹੜਾ ਹੈਗਾ ਜੇਲ੍ਹ 'ਚ ਪਾਤਾ। He's 30 years old. 30 ਸਾਲ ਦਾ ਸੀ। Next day morning, he was released from prison. ਅਗਲੇ ਦਿਨ ਸਵੇਰੇ ਜਿਹੜਾ ਹੈਗਾ ਉਹਨੂੰ ਛੋੜਤਾ ਗਿਆ। He came out. ਬਾਹਰ ਆਇਆ, He saw his mother standing there. ਮਾਂ ਦੇਖੀ ਉਹਨੇ ਖੜੀ। He thought he is going to be, mother is going to take him up. ਉਹਨੂੰ ਲੱਗਿਆ ਕਿ ਉਹ ਸਵੀਕਾਰ ਕਰੇਗੀ ਮਾਂ ਉਹਨੂੰ। So he came out smiling. ਹੱਸਦਾ ਹੋਇਆ ਬਾਹਰ। There's a video, you should watch this. ਇਹ ਵੀਡੀਓ ਹੈਗਾ, ਤੁਸੀਂ ਦੇਖ She ਸਕਦੇ took the belt and whipped him in public. ਬੈਲਟ ਲੈ ਕੇ ਜਿਹੜਾ ਹੈਗਾ ਉਹਨੇ ਲੋਕਾਂ ਦੇ ਸਾਹਮਣੇ ਜਿਹੜਾ ਉਹਦੀ ਪਿਟਾਈ ਕੀਤੀ। She loved him, ਉਹ ਪਿਆਰ ਕਰਦੀ ਹੈ, but the whipping was necessary. I like that. I salute that mother. ਲੇਕਿਨ ਉਹਦੀ ਜਿਹੜੀ ਹੈਗੀ ਹੈ ਲੜਾਈ ਪਿਟਾਈ ਹੋਣੀ ਜਿਹੜੀ ਜ਼ਰੂਰੀ ਸੀ। We are the same. ਅਸੀਂ ਵੀ ਇਸ ਤਰ੍ਹਾਂ ਹੀ ਹੈ ਕਿ God convicts us, tells us nicely, sweet voice of the Lord, Holy Spirit, sweet inner voice, all sorts of voices, maybe loud voice through the preacher, and then the belt will come out. ਕਿ ਪਰਮੇਸ਼ਵਰ ਵੀ ਜਿਹੜਾ ਹੈਗਾ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਆਪਣੀ ਹਲਕੀ ਆਵਾਜ਼ ਦੇ ਨਾਲ ਜਿਹੜਾ ਹੈਗਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈਗੇ, ਬੜੀ ਵਾਰ ਕਰਦੇ ਹੈਗੇ, ਕਰਦੇ ਰਹਿੰਦੇ। ਜਦੋਂ ਅਸੀਂ ਫਿਰ ਗੱਲ ਨਹੀਂ ਸਮਝਦੇ ਹੈਗੇ, ਆਪਣੀ ਮਨਮਾਨੀ ਕਰਨੇ ਆ, ਤਾਂ ਫਿਰ ਬੈਲਟ ਆਉਂਦੀ ਹੈ। God hates many things. ਪਰਮੇਸ਼ਵਰ ਘਿਰਣਾ ਕਰਦੇ ਬੜੀਆਂ ਚੀਜ਼ਾਂ ਨਾਲ। But the Bible says he talks about pride 153 times in scripture. ਲੇਕਿਨ ਅਭਿਮਾਨ ਦੇ ਬਾਰੇ ਜਿਹੜਾ ਹੈਗਾ 153 ਵਾਰ ਜਿਹੜਾ ਹੈਗਾ ਕਿਆ ਬਾਈਬਲ 'ਚ ਕਿਹਾ ਗਿਆ ਹੈਗਾ। When you consider scripture, why does God hate pride? ਜੇ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਪਰਮੇਸ਼ਵਰ ਜਿਹੜਾ ਹੈਗਾ ਅਹੰਕਾਰ ਨੂੰ ਕਿਉਂ ਘਿਰਣਾ ਕਰਦੇ ਹੈ? Because the proud person tries to displace God. ਕਿਉਂਕਿ ਅਹੰਕਾਰੀ ਇਨਸਾਨ ਜਿਹੜਾ ਹੈਗਾ ਪਰਮੇਸ਼ਵਰ ਨੂੰ ਹਟਾ ਕੇ ਆਪਣੀ ਥਾਂ ਲਾ ਰਿਹਾ ਉੱਥੇ। Pride gives credit to oneself. ਅਹੰਕਾਰ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸਮਝਾਉਂਦਾ ਹੈ ਕਿ ਵੀ ਹਾਂ ਵੀ ਮੈਂ ਬਹੁਤ ਵੱਡੀ ਚੀਜ਼ ਹਾਂ। Gives oneself the honor. ਆਪਣੇ ਆਪ ਨੂੰ ਆਦਰ ਦਿੰਦਾ। Privileges. ਕਿ ਬੜੀਆਂ ਚੀਜ਼ਾਂ ਆਪਣੇ ਆਪ ਨੂੰ ਦਿਲਾਉਂਦਾ ਹੈਗਾ। Rights and power that belongs to God alone. ਉਹ ਅਧਿਕਾਰ ਲੈਣ ਦੀ ਕੋਸ਼ਿਸ਼ ਕਰਦਾ ਹੈਗਾ ਜਿਹੜਾ ਸਿਰਫ ਪਰਮੇਸ਼ਵਰ ਕੋਲ ਹੈਗਾ। Pride at its core is self-idolatry. ਅਹੰਕਾਰ ਜਿਹੜਾ ਹੈਗਾ ਅਸਲੀ ਰੂਪ ਦੇ ਅੰਦਰ ਜਿਹੜਾ ਹੈਗਾ ਆਪਣੀ ਮੂਰਤੀ ਪੂਜਨ ਵਾਕਨ ਹੈਗਾ। A proud person has put himself in or herself in the place of God. ਇੱਕ ਅਹੰਕਾਰੀ ਇਨਸਾਨ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੀ ਥਾਂ ਦੇ ਉੱਤੇ ਖੜਾ ਕਰਤਾ ਹੈ। God will not share his glory with anyone. ਪਰਮੇਸ਼ਵਰ ਆਪਣੀ ਮਹਿਮਾ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕਰਦੇ। God hates pride. ਪਰਮੇਸ਼ਵਰ ਜਿਹੜਾ ਹੈਗਾ ਘਿਰਣਾ ਕਰਦੇ ਹੈਗੇ। Suddenly, you proud person has become an idol. ਇੱਕ ਅਭਿਮਾਨੀ ਇਨਸਾਨ ਜਿਹੜਾ ਹੈਗਾ ਉਹ ਇੱਕ ਬੁੱਤ ਬਣ ਗਿਆ। The person's wants, desires and thinking is better than God's suddenly. ਉਸ ਇਨਸਾਨ ਦੀ ਜਿਹੜੀ ਆਪਣੀ ਇੱਛਾਵਾਂ ਹੈਗੀਆਂ ਉਹ ਪਰਮੇਸ਼ਵਰ ਤੋਂ ਉੱਪਰ ਹੋ ਜਾਂਦੀਆਂ ਹੈਗੀਆਂ। Suddenly God's commandments have become burdensome. ਪਰਮੇਸ਼ਵਰ ਦੇ ਆਦੇਸ਼ ਜਿਹੜੇ ਹੈਗੇ ਉਹ ਭਾਰੀ ਲੱਗਣੇ ਸ਼ੁਰੂ ਹੋ ਜਾਂਦੇ ਆ। We should spend more time in God's presence to identify the pride. ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਮੌਜੂਦਗੀ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਅਭਿਮਾਨੀ ਚੀਜ਼ਾਂ ਕੀ ਹੈਗੀਆਂ ਸਾਡੇ ਅੰਦਰ। God hates pride. ਪਰਮੇਸ਼ਵਰ ਜਿਹੜਾ ਹੈਗਾ The second thing the Bible says is pride hates God. ਦੂਜੀ ਚੀਜ਼ ਜਿਹੜੀ ਹੈਗੀ ਹੈ ਲਿਖੀ ਹੈਗੀ ਹੈ ਕਿ ਅਭਿਮਾਨ ਜਿਹੜਾ ਹੈਗਾ ਜਾਂ ਅਹੰਕਾਰ ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਨਾਲ ਘਿਰਣਾ ਕਰਦਾ ਹੈ। The word of God is beautiful. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਬਹੁਤ ਅਦਭੁਤ I ਹੈ। just love it. ਮੈਂ ਪਿਆਰ ਕਰਨਾ ਬਹੁਤ। Psalm 10:4, let us read it. ਭਜਨ ਸੰਹਿਤਾ 10:4 ਚ ਲਿਖਿਆ ਹੈ, The wicked through the pride of his countenance will not seek after God. God is not in all his thoughts. दृष्ट अपने अभिमान के कारण कहता है कि वह लेखा नहीं लेने का, उनका पूरा विचार यही है कि कोई परमेश्वर है ही नहीं। Pride has no room for God. ਅਭਿਮਾਨੀ ਇਨਸਾਨ ਦੇ ਦਿਲ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਦੀ ਕੋਈ ਥਾਂ ਨਹੀਂ। Because pride does not want to seek God. ਕਿਉਂਕਿ ਅਹੰਕਾਰ ਜਿਹੜਾ ਹੈਗਾ ਉਹ ਪਰਮੇਸ਼ਵਰ ਨੂੰ ਨਹੀਂ ਲੱਭਦਾ। Pride is the understanding or the thinking that we are competent to rule our life. ਅਹੰਕਾਰੀ ਇਨਸਾਨ ਜਿਹੜਾ ਹੈਗਾ ਉਹਦੀ ਇਹ ਸੋਚ ਹੁੰਦੀ ਹੈਗੀ ਹੈ ਕਿ ਹਾਂ ਮੈਂ ਆਪਣੇ ਜੀਵਨ ਨੂੰ ਖੁਦ ਬਤੀਤ ਕਰ ਸਕਦਾ ਹੈਗਾ। Only God can run our lives. ਲੇਕਿਨ ਸਿਰਫ ਪਰਮੇਸ਼ਵਰ ਹੈਗੇ ਜਿਹੜੇ ਸਾਡੇ ਜੀਵਨ ਨੂੰ ਜਿਹੜਾ ਹੈਗਾ ਸਹੀ ਰਾਹ ਲੈ ਕੇ ਜਾ ਸਕਦੇ। But pride says to God, ਲੇਕਿਨ ਅਹੰਕਾਰ ਪਰਮੇਸ਼ਵਰ ਨੂੰ ਇਹ ਕਹਿੰਦਾ ਹੈ, God, you are only there when I am in trouble. Otherwise, I am fine. Thank you very much. ਕਿ ਪਰਮੇਸ਼ਵਰ ਤੁਸੀਂ ਸਿਰਫ ਉਸ ਸਮੇਂ ਵਾਸਤੇ ਹੈਗੇ ਹੋ ਜਦੋਂ ਮੈਨੂੰ ਕੋਈ ਵਿਪਦਾ ਆਉਂਦੀ ਹੈਗੀ ਹੈ, ਬਾਕੀ ਅਦਰ ਮੈਂ ਜਿਹੜਾ ਹੈਗਾ ਆਪਣਾ ਜੀਵਨ ਖੁਦ ਬਤੀਤ ਕਰ ਸਕਦਾ। As C.S. Lewis wrote, C.S. ਲੂਇਸ ਨੇ ਇਸ ਤਰ੍ਹਾਂ ਲਿਖਿਆ, a proud man is always looking down on things. ਅਹੰਕਾਰੀ ਇਨਸਾਨ ਜਿਹੜਾ ਹੈਗਾ ਹਮੇਸ਼ਾ ਥੱਲੇ ਦੇਖਦਾ ਹੈਗਾ ਲੋਕਾਂ ਨੂੰ। He is looking down on people. ਲੋਕਾਂ ਨੂੰ ਥੱਲੇ ਦੀ ਨਜ਼ਰ ਨਾਲ ਦੇਖਦਾ ਹੈਗਾ। As long as he is looking down, he cannot see above. ਜਦ ਤੱਕ ਉਹਦੀ ਨਜ਼ਰ ਜਿਹੜੀ ਹੈਗੀ ਹੈ ਦ੍ਰਿਸ਼ਟੀ ਥੱਲੇ ਨੂੰ ਜਾਂਦੀ ਹੈਗੀ ਹੈ, ਉੱਪਰ ਨਹੀਂ ਦੇਖ ਸਕਦਾ ਉਹ। Those who are looking down all the time cannot look up to find God.
ਜਿਹੜੇ ਸਾਰਾ ਟਾਈਮ ਜਿਹੜਾ ਹੈਗਾ ਥੱਲੇ ਨਜ਼ਰ ਕਰਕੇ ਲੋਕਾਂ ਨੂੰ ਦੇਖ ਰਹੇ ਹੈਗੇ, ਉਹ ਉੱਪਰ ਉਠਾ ਕੇ ਨਜ਼ਰ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ। Muhammad Ali, the great wrestler, was never known to be kind. ਮੁਹੰਮਦ ਅਲੀ ਜਿਹੜਾ ਬਹੁਤ ਕੁਸ਼ਤੀ 'ਚ ਵਿਆਖੀ ਰਿਹਾ ਹੈਗਾ ਪੂਰੇ ਸੰਸਾਰ ਵਿੱਚ, ਉਹ ਜਿਹੜਾ ਹੈਗਾ ਕਾਈਂਡ ਇਨਸਾਨ ਨਹੀਂ ਸੀ। Once he got into the airplane and said, I am the greatest. He just declared it. ਉਹਨੇ ਇੱਕ ਵਾਰ ਜਿਹੜਾ ਹੈਗਾ ਵਿਮਾਨ ਦੇ ਅੰਦਰ ਚੜ੍ਹ ਕੇ ਜਿਹੜਾ ਹੈਗਾ ਇਹ ਕਿਹਾ ਕਿ ਮੈਂ ਸਭ ਤੋਂ ਵੱਡਾ ਹੈਗਾ, And he sat down in his seat. ਔਰ ਆਪਣੀ ਸੀਟ ਦੇ ਉੱਤੇ ਬਹਿ ਗਿਆ। The air hostess saw that he had not put on his seat belt. ਤੇ 에ਅਰ ਹੋਸਟਸ ਨੇ ਦੇਖਿਆ ਕਿ ਵੀ ਉਹਨੇ ਆਪਣੀ ਸੀਟ ਬੈਲਟ ਨਹੀਂ ਪਾਈ ਸੀ। He said, Mr. Ali, you have to fasten your seat belt. ਤੇ ਉਹਨੇ ਕਿਹਾ ਕਿ ਮਿਸਟਰ ਅਲੀ ਜਿਹੜਾ ਹੈਗਾ ਤੁਹਾਨੂੰ ਆਪਣੀ ਸੀਟ ਬੈਲਟ ਪਾਣੀ ਆ। Ali said, Superman don't need seat belts. ਉਹਨੇ ਕਿਹਾ ਕਿ ਵੀ ਸੁਪਰਮੈਨ ਨੂੰ ਜਿਹੜਾ ਹੈਗਾ ਸੀਟ ਬੈਲਟ ਦੀ ਲੋੜ ਨਹੀਂ The ਹੈਗੀ। wise hostess replied, ਉਹ ਸਿਆਣੀ ਹੋਸਟਸ ਨੇ ਕਿਹਾ Superman don't need airplane also. ਸੁਪਰਮੈਨ ਨੂੰ 에ਅਰਪਲੇਨ ਦੀ ਵੀ ਲੋੜ ਨਹੀਂ ਹੈਗੀ। We are so proud sometimes we lose sight of the fact that the essential thing like the seat belt of God's protection, we think we don't need it. ਅਭਿਮਾਨੀ ਇਨਸਾਨ ਜਿਹੜਾ ਹੈਗਾ ਇਸ ਤਰ੍ਹਾਂ ਸੋਚਦਾ ਹੈਗਾ ਕਿ ਵੀ ਜਿਹੜੀ ਸੁਰੱਖਿਆ ਤੁਹਾਨੂੰ ਮਿਲਦੀ ਹੈਗੀ ਪਰਮੇਸ਼ਵਰ ਦੀ ਸੀਟ ਬੈਲਟ ਦੀ ਜਿਹੜੀ ਹੈਗੀ ਹੈ, ਉਹਦੀ ਵੀ ਲੋੜ ਨਹੀਂ ਸਾਨੂੰ। When things of God becomes burdensome, remember pride is taking its position, it's on the throne of your heart. ਜਦੋਂ ਪਰਮੇਸ਼ਵਰ ਦੀਆਂ ਚੀਜ਼ਾਂ ਤੁਹਾਡੇ ਉੱਤੇ ਜਿਹੜਾ ਹੈਗਾ ਬੋਝ ਬਣਨਾ ਸ਼ੁਰੂ ਹੋ ਜਾਣ ਤੇ ਤੁਸੀਂ ਸੋਚ ਲਓ ਕਿ ਅਭਿਮਾਨ ਜਿਹੜਾ ਹੈਗਾ ਤੁਹਾਡੇ ਦਿਲ ਦੇ ਅੰਦਰ ਰਾਜ ਕਰ ਰਿਹਾ। Next time when you prayer time you feel sleepy, realize, oh, pride, and then you will wake up like that and sit down, whatever be the cost. ਅਗਲੀ ਵਾਰ ਪ੍ਰਾਰਥਨਾ ਦੇ ਸਮੇਂ ਤੁਸੀਂ ਜਿਹੜਾ ਨਿੰਦਰ ਆਂਦੀ ਪਈ ਹੋਏ ਤਾਂ ਤੁਸੀਂ ਅਹੰਕਾਰ ਦੇ ਬਾਰੇ ਸੋਚੋ ਔਰ ਇੱਕਦਮ ਜਾਗ ਜਾਓਗੇ। The third thing pride does is, pride will not receive wisdom from God. ਤੀਜੀ ਚੀਜ਼ ਜਿਹੜੀ ਹੈਗੀ ਹੈ ਅਹੰਕਾਰ ਜਿਹੜੀ ਕਰਦੀ ਹੈ ਇਨਸਾਨ ਦੇ ਦਿਲ ਦੇ ਅੰਦਰ ਕਿ ਪਰਮੇਸ਼ਵਰ ਦੀ ਜਿਹੜੀ ਹੈਗੀ ਹੈ ਕੋਈ ਜਿਹੜੀ ਕਿ ਸਮਝ ਬੂਝ ਨਹੀਂ ਲੈਂਦਾ। Psalm 25:9 describes the condition to receive wisdom. ਭਜਨ ਸੰਹਿਤਾ 25:9 ਦੇ ਅੰਦਰ ਜਿਹੜਾ ਹੈਗਾ ਲਿਖਿਆ ਹੈਗਾ ਕਿ ਵੀ ਸਿਆਣਫਤਾ ਵਾਸਤੇ ਜਿਹੜਾ ਹੈਗਾ ਕੀ ਜ਼ਰੂਰਤ ਹੈਗੀ ਹੈ। The meek will he guide in judgment, and the meek will he teach his way. वह नम्र लोगों को न्याय की शिक्षा देगा, हाँ वह नम्र लोगों को अपना मार्ग दिखलाएगा। But you see the opposing verse is in Proverbs 26:12. ਔਰ ਇਤੋਂ ਜਿਹੜਾ ਹੈਗਾ ਵਿਪਰੀਤ ਸ਼ਬਦ ਜਿਹੜਾ ਹੈਗਾ ਨੀਤੀ ਵਚਨ 26:12 ਚ ਲਿਖਿਆ ਹੈ, Seest thou a man wise in his own conceit? There is more hope for a fool than for that man. यदि तू ऐसा मनुष्य देखे जो अपनी दृष्टि में बुद्धिमान बनता हो तो उससे अधिक आशा मूर्ख ही से है। Conceit is another word for pride. If you look at Webster dictionary, one of the word for pride is conceit. ਜੇ ਤੁਸੀਂ ਡਿਕਸ਼ਨਰੀ ਦੇ ਅੰਦਰ ਦੇਖੋ ਤੇ ਅਹੰਕਾਰ ਦਾ ਇੱਕ ਲਫ਼ਜ਼ ਜਿਹੜਾ ਹੈਗਾ ਕੰਸੀਟ ਵੀ ਹੈਗਾ। Only the humble will know God's wisdom. ਲੇਕਿਨ ਜਿਹੜੇ ਸਿਰਫ ਦੀਨ ਹੈਗੇ ਉਹੀ ਪਰਮੇਸ਼ਵਰ ਦੀ ਸਮਝ ਬੂਝ ਨੂੰ ਬੁੱਧੀ ਨੂੰ ਪ੍ਰਾਪਤ ਕਰ ਸਕਦੇ। Only the humble will receive wisdom from God. ਜਿਹੜੇ ਦੀਨ ਹੈਗੇ ਸਿਰਫ ਉਹੀ ਪਰਮੇਸ਼ਵਰ ਕੋਲੋਂ ਜਿਹੜਾ ਹੈਗਾ ਇਸ ਬੁੱਧੀ ਪ੍ਰਾਪਤ ਕਰ ਸਕਦੇ। The proud read God's word but they feel sleepy when reading God's word. ਅਹੰਕਾਰੀ ਜਿਹੜੇ ਹੈਗੇ ਪਰਮੇਸ਼ਵਰ ਦਾ ਵਚਨ ਪੜ੍ਹਦੇ ਲੇਕਿਨ ਨਿੰਦਰ ਆ ਜਾਂਦੀ ਉਹਨਾਂ ਨੂੰ। They make efforts to pray but their mind is running everywhere, that full prayer time. ਉਹ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਦਿਮਾਗ ਜਿਹੜਾ ਹੈਗਾ ਸਾਰੇ ਚਾਰੋਂ ਪਾਸੇ ਘੁੰਮ ਰਿਹਾ ਹੁੰਦਾ ਹੈ। Filled with themselves. ਆਪਣੇ ਆਪ ਨਾਲ ਭਰਿਆ। James 4:5 the Bible says, ਜੇਮਸ 4:5 ਲਿਖਿਆ ਹੈਗਾ, Do you think that the scripture saith in vain, the spirit that dwelleth in us lusteth to envy? क्या तुम यह समझते हो कि पवित्र शास्त्र व्यर्थ कहता है कि जिस आत्मा को उनके हमारे भीतर बसाया है क्या वह ऐसी लालसा करता है जिसका प्रतिफल हाँ हो। When you prepare to meet God, ਜਦੋਂ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਹੋ ਪਰਮੇਸ਼ਰ ਨੂੰ ਮਿਲਣ ਵਾਸਤੇ, the self and pride have a different agenda. ਆਪਣਾ ਜਿਹੜਾ ਹੈਗਾ ਆਪ ਜਿਹੜੀ ਹੁੰਦੀ ਹੈਗੀ ਹੈ ਸਵਾਭਿਮਾਨ ਜਿਹੜਾ ਹੈਗਾ ਉਹਦਾ ਕੁਝ ਵੱਖਰਾ ਹੀ ਕੋਈ ਕੰਮ ਹੁੰਦਾ। They want to think about many things. ਉਹ ਬੜੀਆਂ ਚੀਜ਼ਾਂ ਸੋਚਣਾ ਚਾਹੁੰਦਾ ਹੈ। They think about what you have forgotten to do. ਕੀ ਚੀਜ਼ਾਂ ਜਿਹੜੀਆਂ ਭੁੱਲ ਗਏ ਤੁਸੀਂ ਕੰਮ They think about whom you have forgotten to call. ਕਿ ਕਿਸ ਲੋਕਾਂ ਨੂੰ ਤੁਸੀਂ ਭੁੱਲ ਗਏ। Sometimes in prayer I am reminded of a friend 20 years ago I have never called, and it says in prayer time I am thinking, oh, I should call and make friends with him. What is the connection with prayer? I don't know. ਕਈ ਵਾਰ ਪ੍ਰਾਰਥਨਾ ਦੇ ਅੰਦਰ 20 ਸਾਲ ਪਹਿਲਾਂ ਜਦੋਂ ਮੈਂ ਕਿਸੇ ਦੋਸਤ ਨੂੰ ਜਿਹੜਾ ਹੈਗਾ ਫੋਨ ਨਹੀਂ ਕੀਤਾ ਉਹਦੇ ਬਾਰੇ ਦਿਮਾਗ ਵਿੱਚ ਖਿਆਲ ਆਉਂਦਾ ਹੈਗਾ। You have to control yourself. ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਤੁਹਾਨੂੰ ਕੰਟਰੋਲ ਕਰਨ ਦੀ ਲੋੜ ਹੈ। It's a great humbling to be before God.
ਪਰਮੇਸ਼ਵਰ ਦੇ ਸਾਹਮਣੇ ਜਾਣਾ ਜਿਹੜਾ ਹੈਗਾ ਬਹੁਤ ਹੀ ਦੀਨਤਾਪੂਰਵਕ ਗੱਲ ਹੈਗੀ ਹੈ। It is humbling and hard not to think about ourselves and our things when we are in God's presence. ਇਹ ਬੜੀ ਦੀਨਤਾ ਦੀ ਗੱਲ ਹੈਗੀ ਕਿ ਪਰਮੇਸ਼ਵਰ ਦੀ ਮੌਜੂਦਗੀ ਦੇ ਸਾਹਮਣੇ ਜਿਹੜਾ ਤੁਸੀਂ ਆਪਣੀਆਂ ਗੱਲਾਂ ਦੇ ਬਾਰੇ 'ਚ ਨਾ ਸੋਚੋ। Because the more we read God's word, more it reveals about Him. ਜਿੰਨਾ ਤੁਸੀਂ ਪਰਮੇਸ਼ਵਰ ਦਾ ਵਚਨ ਪੜੋਗੇ ਉਹਨਾਂ ਜ਼ਿਆਦਾ ਉਹ ਪ੍ਰਕਾਸ਼ਨ ਕਰਨਗੇ ਆਪਣੇ ਆਪ So ਨੂੰ। when you come before God, you just, recycle that in your mind. ਜਦੋਂ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਆਉਂਦੇ ਹੋ ਤਾਂ ਬਸ ਉਹੀ ਉਹਨਾਂ ਦੀਆਂ ਗੱਲਾਂ ਜਿਹੜਾ ਹੈ ਦੁਬਾਰਾ ਸੋਚੋ। Prayer has to be about God and God alone. ਪ੍ਰਾਰਥਨਾ ਜਿਹੜੀ ਹੈ ਸਿਰਫ ਪਰਮੇਸ਼ਵਰ ਦੇ ਬਾਰੇ 'ਚ ਹੋਣੀ ਚਾਹੀਦੀ ਹੈ। Yes, all of us have problems we have to bring to God, but that comes later. ਸਾਡੇ ਸਾਰਿਆਂ ਦੇ ਅੰਦਰ ਜਿਹੜੇ ਮੁਸ਼ਕਲਾਂ ਹੈਗੀਆਂ ਉਹ ਤੇ ਪਰਮੇਸ਼ਵਰ ਦੇ ਸਾਹਮਣੇ ਜਿਹੜੇ ਬਿਨਤੀਆਂ ਲੈ ਕੇ ਆਉਣੀਆਂ ਲੇਕਿਨ ਉਹ ਬਾਅਦ 'ਚੋਂ। Fourth thing pride does is it goes before a fall, or it leads you to a fall. ਅਹੰਕਾਰ ਦੇ ਨਾਲ ਚੌਥੀ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਗਿਰ ਜਾਂਦੇ ਹੈਗੇ ਹੋ। It always goes before the fall. ਹਮੇਸ਼ਾ ਜਿਹੜਾ ਹੈਗਾ ਗਿਰਨ ਤੋਂ ਪਹਿਲਾਂ ਜਿਹੜਾ ਹੈਗਾ ਅਹੰਕਾਰ ਆਉਂਦਾ ਹੈ। Proverbs 16:18 the Bible says, ਨੀਤੀ ਵਚਨ 16:18 'ਚ ਲਿਖਿਆ ਹੈ, pride goeth before destruction and an haughty spirit before a fall. विनाश के पहले गर्व और ठोकर खाने से पहले घमंड होता है। Often fall takes us to this place. ਕਈ ਵਾਰੀ ਜਿਹੜਾ ਹੈਗਾ ਸਾਨੂੰ ਗਿਰਨਾ ਜਿਹੜਾ ਹੈਗਾ ਇਸ ਥਾਂ ਤੇ ਜਿਹੜਾ ਹੈਗਾ ਘਮੰਡ ਲੈ ਜਾਂਦਾ ਹੈ, If not in this life, in the coming life also. ਜਾਂ ਇਸ ਜੀਵਨ ਦੇ ਅੰਦਰ ਜਾਂ ਉਹ ਜੀਵਨ ਜਿਹੜਾ ਆਉਣ ਵਾਲਾ ਹੈਗਾ। You see, Isaiah 2:12 the Bible says, ਅਜ਼ਿਆ 2:12 'ਚ ਲਿਖਿਆ ਹੈ, For the day of the Lord of hosts shall be upon everyone that is proud and lofty, and upon everyone that is lifted up, and he shall be brought low. क्योंकि सेनाओं का यहोवा का दिन सब घमंडियों और ऊंची गर्दन वालों पर और उन्नति से फूलने वालों पर आएगा और वे झुकाए जाएंगे। Charles Spurgeon said like this, चार्ल्स स्पर्जन ने इस तरह किया, every person has a choice between being humble and being humbled. ਹਰ ਇਨਸਾਨ ਦੇ ਕੋਲ ਜਿਹੜਾ ਹੈਗਾ ਇਹ ਚੋਇਸ ਹੈਗੀ ਹੈ ਕਿ ਜਾਂ ਤਾਂ ਤੁਸੀਂ ਖੁਦ ਦੀਨ ਬਣ ਜਾਓ ਜਾਂ ਤੁਹਾਨੂੰ ਜਿਹੜਾ ਹੈਗਾ ਦੀਨਤਾ ਪਰਮੇਸ਼ਵਰ ਜਿਹੜਾ ਹੈਗਾ ਦਿਲਾਏ। You can humble yourself or allow God to do it. ਜਾਂ ਤਾਂ ਤੁਸੀਂ ਖੁਦ ਬਣ ਜਾਓ ਜਾਂ ਫਿਰ ਪਰਮੇਸ਼ਵਰ ਨੂੰ ਜਿਹੜਾ ਹੈਗਾ ਕਰਨ ਦਿਓ। One way or other you have to get there, my dear brother, sister. ਇਸ ਪਾਸੇ ਜਾਂ ਦੂਜੇ ਪਾਸੇ ਤੁਹਾਨੂੰ ਜਿਹੜਾ ਹੈਗਾ ਦੀਨ ਤੇ ਹੋਣਾ ਹੀ ਹੈਗਾ। You see, God deals with every person's pride individually. ਪਰਮੇਸ਼ਵਰ ਜਿਹੜਾ ਹੈਗਾ ਹਰ ਇੱਕ ਇਨਸਾਨ ਦਾ ਅਭਿਮਾਨ ਜਿਹੜਾ ਹੈਗਾ ਉਹਦੇ ਨਾਲ ਵਿਅਕਤੀਗਤ ਰੂਪ ਦੇ ਨਾਲ ਜਿਹੜਾ ਹੈਗਾ ਡੀਲ ਕਰਦੇ। God hates pride. ਪਰਮੇਸ਼ਵਰ ਘ੍ਰਿਣਾ ਕਰਦੇ। Pride hates God. ਅਹੰਕਾਰ ਪਰਮੇਸ਼ਵਰ ਨੂੰ ਘ੍ਰਿਣਾ ਕਰਦਾ। Pride will not receive wisdom from God. ਅਹੰਕਾਰ ਜਿਹੜਾ ਹੈਗਾ ਪਰਮੇਸ਼ਵਰ ਤੋਂ ਜਿਹੜਾ ਹੈਗਾ ਸੁਬੁੱਧੀ ਨਹੀਂ ਲਏਗਾ। Pride always goes before a fall. ਔਰ ਗਿਰਨ ਤੋਂ ਪਹਿਲਾਂ ਹਮੇਸ਼ਾ ਜਿਹੜਾ ਹੈਗਾ ਅਹੰਕਾਰ ਹੁੰਦਾ ਹੈਗਾ। This is the description or the resume of pride. ਇਹ ਇੱਕ ਜਿਹੜਾ ਰਿਜ਼ਿਊਮੇ ਹੈਗਾ ਜਿਹੜਾ ਅਹੰਕਾਰ ਦਾ। But what does scripture really call pride? ਲੇਕਿਨ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਅਹੰਕਾਰ ਨੂੰ ਕੀ ਕਹਿੰਦਾ? This is the second point we are going into. ਇਹ ਦੂਜੇ ਪੁਆਇੰਟ ਤੇ ਅਸੀਂ ਜਾ ਰਹੇ ਹਾਂ। So pride, according to the Bible, is the first sin. ਅਹੰਕਾਰ ਜਿਹੜਾ ਹੈਗਾ ਸਭ ਤੋਂ ਪਹਿਲਾਂ ਪਾਪ ਹੈਗਾ ਬਾਈਬਲ ਦੇ ਦੁਆਰਾ। Pride cuts us off from God and from others. ਅਹੰਕਾਰ ਜਿਹੜਾ ਹੈਗਾ ਸਾਨੂੰ ਪਰਮੇਸ਼ਵਰ ਤੋਂ ਔਰ ਦੂਜੇ ਲੋਕਾਂ ਤੋਂ ਜਿਹੜਾ ਹੈਗਾ ਕੱਟ ਕਰ ਦਿੰਦਾ। It is the first sin. ਇਹ ਸਭ ਤੋਂ ਪਹਿਲਾ ਪਾਪ ਸੀ। We read in Isaiah 14. ਅਜ਼ਿਆ 14 ਦੇ ਅੰਦਰ ਲਿਖਿਆ 12 to 14. 12 ਤੋਂ 14। How art thou fallen, O Lucifer, son of the morning? How art thou cut down to ground, which didst weaken the nations? For thou hast said in thine heart, I will ascend into heaven. I will exalt my throne above the stars of God. I will sit also upon the mount of the congregation in the sides of the north. I will ascend above the heights of the clouds. I will be like the Most High. हे भोर के चमकने वाले तारे, तू क्योंकर आकाश से गिर पड़ा है? तू जो जाति जाति के हरा देता था, तू अब कैसे काट पर भूमि पर गिराया गया है? तूने मन में कहता है तो था कि मैं स्वर्ग पर चढ़ूँगा, मैं अपने सिंहासन को ईश्वर के तारागण से अधिक ऊंचा करूँगा और उत्तर दिशा की छोर पर सभा के पर्वत पर बिराजूँगा। मैं मेघों से भी ऊंचे ऊंचे स्थान पर ऊपर चढ़ूँगा, जो परम प्रधान के तुल्य हो जाऊँगा। Pride was devil's downfall. अहंकार जिहड़ा हैगा शैतान दा नाश किता उन्हें। Pride is the first sin of man. ਇਹ ਜਿਹੜਾ ਅਹੰਕਾਰ ਵੀ ਜਿਹੜਾ ਹੈਗਾ ਇਨਸਾਨ ਦਾ ਪਹਿਲਾ ਪਾਪ ਸੀ। Eve was told. ਈਵ ਨੂੰ ਇਹ ਕਿਹਾ ਗਿਆ ਸੀ। He said, for God knows that on the day you will eat this fruit, your eyes will be opened and ye shall be as gods,
knowing good and evil. वरन परमेश्वर आप जानता है कि जिस दिन तुम उसका फल खाओगी उसी दिन तुम्हारी आंखें खुल जाएंगी और तुम भले बुरे का ज्ञान पाकर परमेश्वर के तुल्य हो जाओगे। What was the implication? ਇਹਦਾ ਅਰਥ ਕੀ ਸੀ? He says God knows that you will be like him. ਕਿ ਉਹਨੇ ਕਿਹਾ ਕਿ ਹਾਂ ਪਰਮੇਸ਼ਵਰ ਨੂੰ ਪਤਾ ਹੈ ਕਿ ਤੁਸੀਂ ਪਰਮੇਸ਼ਵਰ ਵਾਂਗਨ ਬਣ ਜਾਓਗੇ। That's why he's telling you don't eat the fruit. ਤਾਂ ਹੀ ਉਹਨਾਂ ਨੂੰ ਤੁਹਾਨੂੰ ਕਹਿ ਰਿਹਾ ਹੈਗਾ ਕਿ ਖਾਣਾ ਇਹ ਨਾ ਖਾਓ ਤੁਸੀਂ। Eve was tempted. ਈਵ ਨੂੰ ਜਿਹੜਾ ਹੈਗਾ ਲੁਭੋਈ ਇਹ ਚੀਜ਼। Pride was not only the first sin which was committed, ਅਹੰਕਾਰ ਜਿਹੜਾ ਹੈਗਾ ਸਿਰਫ ਪਹਿਲਾ ਹੀ ਪਾਪ ਨਹੀਂ ਸੀ ਜਿਹੜਾ ਹੋਇਆ, it is the source of all sins. ਇਹ ਹਰ ਇੱਕ ਪਾਪ ਦਾ ਜਿਹੜਾ ਹੈਗਾ ਸੋਰਸ ਹੈ। John Stott wrote, he said, it is not only the first of the sins, but it is the source of all deadly sins. ਜੌਨ ਸਟਾਰਟ ਨੇ ਇਸ ਤਰ੍ਹਾਂ ਜਿਹੜਾ ਹੈਗਾ ਸਿੱਖਿਆ ਦਿੱਤੀ ਹੈਗੀ ਕਿ ਇਹ ਸਿਰਫ ਜਿਹੜਾ ਹੈਗਾ ਪਹਿਲਾ ਪਾਪ ਹੀ ਨਹੀਂ ਹੈਗਾ, ਇਹ ਹਰ ਇੱਕ ਪਾਪ ਦਾ ਜਿਹੜੀ ਜੜ ਹੈ। Jonathan Edwards said like this, ਜੋਨਾਥਨ ਐਡਵਰਡ ਨੇ ਐਸਾ ਕਿਹਾ, pride is the worst part of the body of sin and death. ਅਹੰਕਾਰ ਜਿਹੜਾ ਹੈਗਾ ਪਾਪ ਔਰ ਮੌਤ ਦਾ ਸਭ ਤੋਂ ਬੱਤਰ ਅੰਸ਼ ਹੈਗਾ। The first sin that entered into the universe, ਇਸ ਬ੍ਰਹਮਾਂਡ ਦੇ ਅੰਦਰ ਜਿਹੜਾ ਹੈਗਾ ਪਹਿਲਾ ਪਾਪ ਜਿਹੜਾ ਆਇਆ, and the last one to be rooted out. ਔਰ ਸਭ ਤੋਂ ਆਖਿਰ ਵਾਲਾ ਹੈਗਾ ਜਿਹਦੀ ਜੜ੍ਹਾਂ ਖਤਮ ਕੀਤੀਆਂ ਜਾਣਗੀਆਂ। It is God's most stubborn enemy, close quote. ਇਹ ਪਰਮੇਸ਼ਵਰ ਦਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਲੰਘਣ ਕਰਨ ਵਾਲਾ ਜਿਹੜਾ ਹੈਗਾ ਸ਼ਤਰੂ ਹੈ। After reading God's word about pride, I think pride is a Trojan horse. Let me explain. ਇਹ ਸਭ ਜਿਹੜਾ ਹੈਗਾ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਅਹੰਕਾਰ ਦੇ ਬਾਰੇ ਵਿੱਚ ਪੜ੍ਹ ਕੇ ਸਾਨੂੰ ਉਹ ਯਾਦ ਆਉਂਦਾ ਹੈ ਕਿ ਇਹ ਟਰੋਜਨ ਹਾਰਸ ਵਕਨ ਹੈ। It is, if you see the Greek wars, there is a story about some people could not conquer a kingdom. ਜੇ ਅਸੀਂ ਗ੍ਰੀਕ ਇਤਿਹਾਸ ਦੇ ਅੰਦਰ ਜਾਣੇ ਹੈਗੇ ਆ ਤੇ ਇੱਕ ਰਾਜ ਨੂੰ ਜਿਹੜਾ ਹੈਗਾ ਜਿੱਤ ਨਹੀਂ ਪਾ ਰਹੇ ਹੈਗੇ ਸੀ। So they made a big horse ਤੇ ਇੱਕ ਉਹਨਾਂ ਨੇ ਵੱਡਾ ਜਿਹੜਾ ਹੈਗਾ ਲੱਕੜ ਦਾ ਘੋੜਾ ਬਣਾਇਆ out of wood, and then they hid soldiers in it. ਔਰ ਉਹਦੇ ਅੰਦਰ ਜਿਹੜਾ ਹੈਗਾ ਸਿਪਾਹੀਆਂ ਨੂੰ ਛੁਪਾਤਾ And they ran away. ਔਰ ਦੌੜ ਗਏ। This country thought, oh, they were gone away. They left us a gift of the horse, and they bring the horse inside the compound. ਔਰ ਰਾਜ ਦੇ ਲੋਕਾਂ ਨੇ ਸੋਚਿਆ ਕਿ ਵੀ ਇਹ ਲੋਕ ਜਿਹੜੇ ਸਾਡੇ ਸ਼ਤਰੂ ਹੈਗੇ ਉਹ ਚਲੇ ਗਏ ਹੈਗੇ ਨੇ ਔਰ ਇਹ ਸਾਡੇ ਵਾਸਤੇ ਜਿਹੜਾ ਤੋਹਫਾ ਛੱਡ ਗਏ ਤੇ ਉਹਨੂੰ ਅੰਦਰ ਲੈ ਆਏ। It follows that they came out of the horse and destroyed the country. ਔਰ ਜਿਹੜੇ ਸਿਪਾਹੀ ਅੰਦਰ ਛੁਪੇ ਹੋਏ ਹੈਗੇ ਸੀ ਉਹ ਘੋੜੇ ਦੇ ਅੰਦਰ ਆਏ ਔਰ ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ। Pride brings sins in our life. ਅਹੰਕਾਰ ਜਿਹੜਾ ਹੈਗਾ ਸਾਡੇ ਜੀਵਨ ਦੇ ਅੰਦਰ ਪਾਪ ਲਿਆਂਦਾ ਹੈ। It leads to many things, but these 5 important sins, I want to bring it to your notice. ਇਹ ਸਾਡੇ ਜੀਵਨ ਦੇ ਅੰਦਰ ਬੜੀਆਂ ਗਲਤ ਚੀਜ਼ਾਂ ਲੈ ਕੇ ਆਉਂਦਾ ਹੈਗਾ, ਲੇਕਿਨ ਇਹ 5 ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੀ ਆਉਂਦੀਆਂ। Pride makes us to be disobedient rather than submissive to the word of God. ਅਹੰਕਾਰ ਜਿਹੜਾ ਹੈਗਾ ਸਾਨੂੰ ਪਰਮੇਸ਼ਵਰ ਦਾ ਆਗਿਆਕਾਰੀਤਾ ਤੋਂ ਦੂਰ ਹਟਾ ਕੇ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਤੋਂ ਦੂਰ ਲੈ ਕੇ ਜਾਂਦਾ ਹੈ। 1 Samuel 15:23. ਪਹਿਲਾ ਸਮੂਏਲ 15:23 ਚ ਲਿਖਿਆ ਹੈ, For rebellion is as the sin of witchcraft, and stubbornness is as the iniquity of idolatry. Because thou hast rejected the word of the Lord, he has also rejected thee from being king. देख बलवा करना और भावी कहने वालों ने पूछना एक ही समान पाप है और हट करना मूर्तों और ग्रह देवताओं की पूजा के तुल्य है। This was Samuel's words to Saul. ਇਹ ਸੈਮੂਅਲ ਨੇ ਜਿਹੜਾ ਹੈਗਾ ਸੌਲ ਨੂੰ ਕਿਹਾ ਸੀ। Saul's pride led him to be disobedient before God. ਸੌਲ ਦਾ ਅਹੰਕਾਰ ਜਿਹੜਾ ਹੈਗਾ ਪਰਮੇਸ਼ਵਰ ਦੇ ਸਾਹਮਣੇ ਅਨਾਗਿਆਕਾਰੀਤਾ ਹੋ ਗਈ ਉਹਦੀ। Pride is rebellion at the heart. ਅਹੰਕਾਰ ਜਿਹੜਾ ਹੈਗਾ ਦਿਲ ਦੇ ਅੰਦਰ ਜਿਹੜਾ ਹੈਗਾ ਰਿਬੈਲੀਅਨ ਹੈਗਾ। Pride, second thing is pride leads to hypocrisy. ਦੂਜੀ ਚੀਜ਼ ਹੈਗੀ ਹੈ ਕਿ ਅਹੰਕਾਰ ਜਿਹੜਾ ਹੈਗਾ ਤੁਹਾਨੂੰ ਹਿਪੋਕ੍ਰੇਸੀ ਚ ਲੈ ਕੇ ਜਾਂਦਾ ਹੈ। We are outside something, inside something. ਬਾਹਰ ਅਸੀਂ ਕੁਝ ਹੁੰਦੇ ਆ, ਅੰਦਰ ਕੁਝ ਹੋਰ। All of us go through this. ਅਸੀਂ ਸਾਰੇ ਜਿਹੜੇ ਹੈਗੇ ਇਹਦੇ ਥਰੂ ਜਾਂਦੇ ਹੈਗੇ ਆ। Matthew 23:5, the Bible says, ਮਤੀ 23:5 ਲਿਖਿਆ ਹੈ, but all their works they do for to be seen of men, that they make broad their phylacteries and enlarge the borders of their garments. वे अपने सब काम लोगों को दिखाने के लिए करते हैं, वे अपने तवीज़ों को चौड़ा करते और अपने वस्त्रों की को रें बढ़ाते हैं। The Pharisees were not living authentically. फरीजी ਜਿਹੜੇ ਹੈਗੇ ਉਹ ਸੱਚੇ ਰੂਪ ਵਿੱਚ ਨਹੀਂ ਰਹਿ ਰਹੇ ਸੀ। They were putting a show for everyone else. ਉਹ ਲੋਕਾਂ ਵਾਸਤੇ ਜਿਹੜਾ ਹੈਗਾ ਦਿਖਾਵਾ ਕਰਦੇ ਪਏ ਸੀ। Pride makes us pretend.
ਅਹੰਕਾਰ ਜਿਹੜਾ ਹੈਗਾ ਸਾਨੂੰ ਦਿਖਾਵੇ ਦੀ ਔਰ ਲੈ ਕੇ ਜਾਂਦਾ We ਹੈ। don't want people to think bad about us. ਅਸੀਂ ਨਹੀਂ ਚਾਹੁੰਦੇ ਕਿ ਵੀ ਲੋਕ ਸਾਡੇ ਬਾਰੇ ਬੁਰਾ ਭਲਾ ਸੋਚਣ, So we pretend to be better than that we are. ਤੇ ਅਸੀਂ ਜਿਹੜਾ ਹੈਗਾ ਦਿਖਾਵਾ ਕਰਨੇ ਹੈ ਕਿ ਅਸੀਂ ਬਿਹਤਰ ਹੈਗੇ ਆ ਬਨਸਪਤ ਜੋ ਹੈਗੇ ਆ The ਅਸੀਂ। thing is this, ਇਹ ਕਹਾਣੀ ਹੈਗੀ ਹੈ that we would rather be false and receive accolades than be ourselves and not be important. ਸਾਨੂੰ ਇਹ ਜ਼ਿਆਦਾ ਜ਼ਰੂਰੀ ਹੈਗਾ ਹੈ ਕਿ ਅਸੀਂ ਜਿਹੜਾ ਹੈਗਾ ਦਿਖਾਵਾ ਕਰਕੇ ਲੋਕਾਂ ਕੋਲੋਂ ਜਿਹੜਾ ਹੈਗਾ ਬੜੋਤਰੀ ਲੈ ਲਈਏ ਬਨਸਪਤ ਕਿ ਅਸੀਂ ਸੱਚਾ ਆਪਣਾ ਚਿਹਰਾ ਦਿਖਾਈਏ ਲੋਕਾਂ ਨੂੰ। Proverbs 12:9 says an interesting thing. ਨੀਤੀ ਵਚਨ 12:9 ਚ ਅੱਛੀ ਚੀਜ਼ ਲਿਖੀ ਹੈਗੀ ਹੈ। He that is despised and hath a servant is better than he that honoreth himself and lacketh bread. जो रोटी की आस लगाए रहता है और बड़ाई मारता है, उससे दास रखने वाला तुच्छ मनुष्य भी उत्तम है। False humility is nothing but hypocrisy. ਗਲਤ ਦੀਨਤਾ ਜਿਹੜੀ ਹੈਗੀ ਆ, ਉਹ ਹਿਪੋਕ੍ਰੇਸੀ ਹੈਗੀ ਆ। You see, when somebody pays you a genuine compliment, sorry, ਜਦੋਂ ਕੋਈ ਤੁਹਾਨੂੰ ਜਿਹੜਾ ਹੈਗਾ ਬੜੋਤਰੀ ਕੋਈ ਕਹਿੰਦਾ ਹੈਗਾ, ਤੁਹਾਡੀ ਪ੍ਰਸ਼ੰਸਾ ਕਰਦਾ ਹੈਗਾ ਸੱਚੀ ਦੀ, you say it's nothing. ਤੁਸੀਂ ਉਹਨੂੰ ਕਹਿੰਦੇ ਹੋ ਕੁਝ ਵੀ ਨਹੀਂ ਹੈਗਾ। Well, if it wasn't nothing, it's fine. But if it was something, you should say thank you. ਜੇ ਕੁਝ ਵੀ ਨਹੀਂ ਹੈਗਾ ਸੀ ਤਾਂ ਚਲੋ ਠੀਕ ਹੈਗਾ, ਜੇ ਲੇਕਿਨ ਕੋਈ ਚੀਜ਼ ਹੈਗੀ ਸੀ ਤਾਂ ਤੁਹਾਨੂੰ ਸ਼ੁਕਰੀਆ ਕਰਨਾ ਚਾਹੀਦਾ। We need to let go of our hypocrisy ਸਾਨੂੰ ਜਿਹੜਾ ਹੈਗਾ ਇਹ ਦੋ ਮੂੰਹਾਪਨ ਜਿਹੜਾ ਹੈਗਾ ਸਾਨੂੰ ਇਹਨਾਂ ਛੱਡਣਾ ਚਾਹੀਦਾ and live a genuine life. ਔਰ ਸੱਚੀ ਦਾ ਜੀਵਨ ਜਿਹੜਾ ਹੈਗਾ ਰਹਿਣਾ ਚਾਹੀਦਾ। If you are bad at something, you try to become better. ਜੇ ਤੁਸੀਂ ਕਿਸੇ ਚੀਜ਼ ਦੇ ਅੰਦਰ ਖਰਾਬ ਕਰ ਹੈਗੇ ਹੋ ਤੁਸੀਂ ਜੀਵਨ ਦੇ ਅੰਦਰ, ਤੇ ਉਸ ਚੀਜ਼ ਨੂੰ ਬਿਹਤਰ ਕਰਨ ਦੀ ਕੋਸ਼ਿਸ਼ You ਕਰੋ। know, our culture is like this. ਸਾਡਾ ਕਲਚਰ ਇਸ ਤਰ੍ਹਾਂ ਹੈਗਾ So, is garib ke ghar pe aa jao, they say. ਕਿ ਇਸ ਤਰ੍ਹਾਂ You know ਕਹਿੰਦੇ ਕਈ ਲੋਕ ਇਸ ਤਰ੍ਹਾਂ ਕਹਿੰਦੇ ਆਮੰਤਰਣ ਦਿੰਦੇ ਹੋਏ ਕਿ ਇਸ ਕਰੀਬ ਦੇ ਘਰ ਆ ਜਾਓ ਤੁਸੀਂ। That, you know, Brother Nitin, that Lucknow area is very much garib khana, garib ghar. You know, it's a rich man will tell that, right? ਕਿ ਇਹ ਲਖਨਊ ਦੇ ਅੰਦਰ ਇਹ ਬੜੀ ਚੀਜ਼ ਹੈਗੀ ਹੈ ਕਿ ਇੱਕ ਅਮੀਰ ਆਦਮੀ ਜਿਹੜਾ ਹੈਗਾ ਇਸ ਤਰ੍ਹਾਂ ਕਹਿੰਦਾ ਹੈਗਾ ਕਿ ਮੇਰੇ ਗਰੀਬ ਖਾਨੇ 'ਚ। I got nothing against them. I'm just giving it an example. ਮੈਨੂੰ ਕੋਈ ਚੀਜ਼ ਉਹਨਾਂ ਦੇ ਵਿਰੁੱਧ ਨਹੀਂ ਹੈਗੀ, ਮੈਂ ਇੱਕ ਉਦਾਹਰਨ ਦੇ ਰਿਹਾ। But as Christians, we have to be genuine. ਮਸੀਹ ਹੋਣ ਦੇ ਨਾਤੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਬਹਿਰੂਪੀਆ ਨਹੀਂ ਹੋਣਾ। Don't be like the Pharisee. Sorry, I'm saying that. ਫਰੀਸੀ ਵਕਨ ਨਾ ਰਹੋ ਤੁਸੀਂ। Third thing it does is it gives you a judgmental spirit. Pride does that. ਅਹੰਕਾਰ ਜਿਹੜਾ ਹੈਗਾ ਤੁਹਾਨੂੰ ਇੱਕ ਜਜਮੈਂਟਲ ਸਪਿਰਿਟ ਦਿੰਦਾ ਹੈਗਾ। 1 Corinthians 8:1 Paul says like this. ਪਹਿਲੀ ਕੋਰਿੰਥੀ 8:1 ਚ ਲਿਖਿਆ ਹੈ, Now as touching things offered unto idols, we know that we all have knowledge. Knowledge puffeth up, but love or charity or agape love edifieth. अब मूर्तों के सामने बलि की हुई वस्तुओं के विषय में हम जानते हैं कि हम सब को ज्ञान है। ज्ञान घमंड उत्पन्न करता है, परंतु प्रेम से उन्नति होती है। Pride somehow makes us feel that we are, it is our right to judge somebody. ਅਹੰਕਾਰ ਜਿਹੜਾ ਹੈਗਾ ਸਾਨੂੰ ਲੱਗਦਾ ਹੈ ਕਿ ਹਾਂ ਸਾਡੇ ਕੋਲ ਅਧਿਕਾਰ ਹੈਗਾ ਕਿ ਅਸੀਂ ਕਿਸੇ ਦਾ ਨਿਆਂ ਕਰੀਏ। But God says, do a righteous judgment. ਪਰਮੇਸ਼ਵਰ ਕਹਿੰਦੇ ਹੈਗੇ ਕਿ ਧਰਮੀ ਨਿਆਂ ਕਰੋ। How do we do that? ਉਹ ਕਿਸ ਤਰ੍ਹਾਂ ਕਰੀਏ? Very simple. ਬੜਾ ਸਧਾਰਨ। Matthew 7:5. ਮਤੀ 7:5 ਲਿਖਿਆ, Thou hypocrite, first cast out the beam out of your own eye, so you can see clearly to see the mote out of your neighbor's eye. 7:5, Matthew 7:5. It's not there? Sorry. You hypocrite, cast out the beam out of your own eye. ਕਿ ਤੂੰ ਦੋ ਮੂੰਹੇ ਇਨਸਾਨ ਜਿਹੜਾ ਹੈਗਾ ਆਪਣੇ ਅੱਖ ਦੇ ਅੰਦਰ ਜਿਹੜਾ ਤੇਰਾ ਇੰਨਾ ਵੱਡਾ ਜਿਹੜਾ ਹੈਗਾ ਲੱਕੜ ਦਾ ਪੀਸ ਹੈਗਾ ਉਹਨੂੰ ਪਹਿਲਾਂ ਸਾਫ਼ ਕਰ ਤੇ ਫਿਰ ਛੋਟਾ ਜਿਹਾ ਕੰਨ ਜਿਹੜਾ ਹੈਗਾ ਆਪਣੇ ਭਰਾ ਤੋਂ ਕੱਢਣਾ ਬਾਹਰ। You can't love someone when you are judging them. ਤੁਸੀਂ ਜਿਹੜਾ ਹੈਗਾ ਕਿਸੇ ਨੂੰ ਜੇ ਤੁਸੀਂ ਨਿਆਂ ਕਰਦੇ ਪਏ ਹੋ ਤੁਸੀਂ ਉਹਦੇ ਨਾਲ ਪ੍ਰੇਮ ਨਹੀਂ ਰੱਖ ਸਕਦੇ। You won't judge them when you are busy loving them. ਜਦੋਂ ਤੁਸੀਂ ਉਹਨਾਂ ਨਾਲ ਪਿਆਰ ਕਰਦੇ ਪਰੇ ਕਰ ਰਹੇ ਹੈਗੇ ਹੋ ਤਾਂ ਤੁਸੀਂ ਫਿਰ ਉਹਨਾਂ ਨੂੰ ਜੱਜ ਨਹੀਂ ਕਰੋਗੇ। Should come along the person who's fallen in sin, help him or her to come out of it and encourage, build. That should be our focus. ਜੇ ਕੋਈ ਭੈਣ ਭਰਾ ਜਿਹੜਾ ਹੈਗਾ ਪਾਪ ਦੇ ਅੰਦਰ ਗਿਰ ਜਾਂਦਾ ਹੈਗਾ ਤੇ ਤੁਸੀਂ ਪ੍ਰੇਮ ਦੇ ਅੰਦਰ ਜਿਹੜਾ ਹੈਗਾ ਉਹਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੋ। Fourth thing pride does is it always brings boasting rather than meekness. ਇੱਕ ਚੀਜ਼ ਜਿਹੜੀ ਹੈਗੀ ਹੈ ਅਹੰਕਾਰ ਜਿਹੜਾ ਕਰਦਾ ਹੈਗਾ ਕਿ ਤੁਸੀਂ ਹਮੇਸ਼ਾ ਬਖਾਨ ਜ਼ਿਆਦਾ ਕਰਦੇ ਪਏ ਹੈਗੇ ਹੋ। Proverbs 27:2 says like this.
ਨੀਤੀ ਵਚਨ 27:2 ਲਿਖਿਆ ਹੈ, Let another man praise thee, not thine own mouth, a stranger, and not thine own lips. तेरी प्रशंसा और लोग करें तो करें, परंतु तू आप ना करना, दूसरा तुझे सराहे तो सराहे, परंतु तू अपनी सराहना ना करना। Let another man praise you. ਲੋਕੀ ਦੂਜੇ ਜਿਹੜੇ ਕਿ ਤੁਹਾਡੀ ਪ੍ਰਸ਼ੰਸਾ ਕਰਨ, As my mother, my wife, everyone says, don't blow your own trumpet. ਜਿਸ ਤਰ੍ਹਾਂ ਮੇਰੇ ਪਤਨੀ ਔਰ ਮਾਤਾ ਵੀ ਕਹਿੰਦੇ ਹੈਗੇ ਸੀ ਕਿ ਆਪਣਾ ਬਿਗੁਲ ਖੁਦ ਹੀ ਨਾ ਵਜਾਉਂਦੇ ਰਹੋ। It is ingrained in my, in my brain. ਇਹ ਮੇਰੇ ਦਿਮਾਗ ਦੇ ਅੰਦਰ ਛਵੀ ਕਰ ਗਿਆ ਹੈਗਾ। Don't blow your own trumpet. Let somebody blow the trumpet for you. ਆਪਣਾ ਬਿਗੁਲ ਖੁਦ ਨਾ ਵਜਾਓ, ਦੂਜਾ ਵਜਾ ਦੇਵੇ। You know, Paul was tempted to boast also. ਪੌਲ ਨੂੰ ਜਿਹੜਾ ਹੈਗਾ ਇਸ ਚੀਜ਼ ਦੀ ਵੀ ਜਿਹੜਾ ਹੈਗਾ ਲੁਭੋਵਿਤ ਹੋਇਆ ਉਹ ਕਿ ਵੀ ਮੈਂ ਆਪਣੀ ਬਖਾਨ ਕਰਾਂ। 2 Corinthians 12:5 and 6. ਦੂਜਾ ਕੁਰਿੰਥੀਆਂ 12 ਦਾ 5 ਔਰ 6 ਚ ਲਿਖਿਆ ਹੈ, Of such a one will I glory, yet of myself I will not glory, but in mine infirmities. For though I would desire to glory, I shall not be a fool, for I will say the truth. But now I forbear, lest any man should think of me above that which he seeth me to be, or that he heareth of me. ऐसे मनुष्य पर तो मैं घमंड करूंगा, परंतु अपने पर अपनी निर्बलताओं को छोड़ अपने विषय में घमंड ना करूंगा, क्योंकि यदि मैं घमंड करना भी चाहूँ भी तो मूर्ख ना होऊंगा, क्योंकि सच बोलूँगा तो भी रुक जाता हूँ। ऐसा ना हो कि जैसे कोई मुझे देखता है या मुझसे सुनता है मुझे उससे बढ़कर समझे। Oh, I saw this vision. मैं तो ये दृश्य देखा, I went to heaven. मैं स्वर्ग गया। But he says, I won't boast about it. उन्हें कहा कि मैं ਇਹਦਾ ਬਖਾਨ ਨਹੀਂ ਕਰਾਂਗਾ, I'll tell the truth. मैं सच बोलांगा। Just because I went to heaven, I am nothing great. You should not think me greater than what I am. That's what he's trying to say there. ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਵਰਗ ਗਿਆ ਤੇ ਇਹਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਮੈਂ ਬਸ ਸੱਚ ਦੱਸ ਰਿਹਾ ਹੈਗਾ। Chuck Swindoll has said like this. ਚੱਕ ਸਵਿੰਡਲ ਨੇ ਇਸ ਤਰ੍ਹਾਂ ਕਿਹਾ, The world's smallest package is a man or a woman wrapped up in himself or herself. ਕਿ ਇਸ ਦੁਨੀਆ ਦੇ ਅੰਦਰ ਜਿਹੜਾ ਸਭ ਤੋਂ ਛੋਟਾ ਪੈਕੇਜ ਜਿਹੜਾ ਹੈਗਾ ਉਹ ਇਹ ਹੈਗਾ ਕਿ ਇੱਕ ਇਨਸਾਨ ਆਪਣੇ ਅਭਿਮਾਨ ਦੇ ਨਾਲ ਜਿਹੜਾ ਹੈਗਾ ਪੈਕੇਜ ਕੀਤਾ ਗਿਆ। No, he wrapped up in himself. ਉਹ ਆਪਣੇ ਆਪ ਵੀ ਜਿਹੜਾ ਹੈਗਾ ਸੋਚੀ ਜਾ ਰਿਹਾ ਆਪਣੇ ਬਾਰੇ ਜੀ। Pride, fifth thing is pride leads to isolation. ਅਹੰਕਾਰ ਜਿਹੜਾ ਹੈਗਾ ਤੁਹਾਨੂੰ ਇਕਾਂਤ ਹੀ ਚਲੇ ਜਾਂਦਾ ਹੈ। Proverbs 13:10 the Bible says, ਨੀਤੀ ਵਚਨ 13:10 ਲਿਖਿਆ ਹੈ, Only by pride cometh contention, and with the well advised is the wisdom. झगड़े रगड़े केवल अहंकार से ही होते हैं, परंतु जो लोग सन्मति मानते हैं उनके पास बुद्धि रहती है। Pride isolates himself or herself from other people. ਅਹੰਕਾਰ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਬਾਕੀ ਲੋਕਾਂ ਤੋਂ ਅਲੱਗ ਲੈ ਜਾਂਦਾ ਹੈਗਾ। The proud person sets himself or herself up. ਅਹੰਕਾਰੀ ਇਨਸਾਨ ਜਿਹੜਾ ਹੈਗਾ ਆਪਣੇ ਆਪ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। No one is good enough for that person. ਉਹਦੇ ਵਾਸਤੇ ਕੋਈ ਵੀ ਅੱਛਾ ਨਹੀਂ ਹੁੰਦਾ ਉਹਦੇ ਸਤਰ ਤੱਕ ਪਹੁੰਚਣ ਵਾਲਾ। Pride is the root and the essence of all sin. ਅਹੰਕਾਰ ਜਿਹੜਾ ਹੈਗਾ ਜੜ ਹੈਗੀ ਹੈ ਹਰ ਤਰ੍ਹਾਂ ਦੇ ਪ੍ਰਕਾਰ ਦੀ। But the Bible also talks about a healthy pride. ਲੇਕਿਨ ਬਾਈਬਲ ਦੇ ਅੰਦਰ ਜਿਹੜਾ ਹੈਗਾ ਇੱਕ ਅੱਛਾ ਅਹੰਕਾਰ ਜਿਹੜਾ ਹੈ ਉਹਦੇ ਬਾਰੇ ਵੀ ਕਿਹਾ ਗਿਆ ਹੈ। The good pride. ਅੱਛਾ ਅਹੰਕਾਰ, Like good fat and bad fat. We are now talking about good fat. ਜਿਸ ਤਰ੍ਹਾਂ ਅੱਛਾ ਫੈਟ ਔਰ ਬੁਰਾ ਫੈਟ ਹੈਗਾ, ਅਸੀਂ ਅੱਛੇ ਫੈਟ ਦੀ ਗੱਲ ਕਰ ਰਹੇ ਹਾਂ। There is a place for boasting. ਇੱਕ ਥਾਂ ਹੈਗੀ ਹੈ ਜਿੱਥੇ ਤੁਸੀਂ ਜਿਹੜਾ ਹੈਗਾ ਬਖਾਨ ਕਰੋ ਚੀਜ਼ਾਂ। There is a place for healthy pride in yourself. ਇਹ ਔਰ ਆਪਣੇ ਆਪ ਅੰਦਰ ਜਿਹੜਾ ਹੈਗਾ ਇੱਕ ਸਥਾਨ ਹੈਗਾ ਜਿੱਥੇ ਤੁਸੀਂ ਜਾ ਕੇ ਅੱਛਾ ਅਹੰਕਾਰ ਕਰ ਸਕਦੇ See, ਹੋ। God doesn't even look at it in one angle. I'm showing you few different angles or the facets of this diamond. ਪਰਮੇਸ਼ਵਰ ਸਿਰਫ ਇੱਕੋ ਦ੍ਰਿਸ਼ਟੀਕੋਣ ਨਾਲ ਨਹੀਂ ਦੇਖਦੇ ਪਏ ਇਸ ਚੀਜ਼ ਨੂੰ। For healthy pride is boasting in the Lord. ਅੱਛਾ ਅਭਿਮਾਨ ਜਿਹੜਾ ਹੈਗਾ ਉਹ ਹੈਗਾ ਤੁਸੀਂ ਪਰਮੇਸ਼ਵਰ ਦਾ ਬਖਾਨ ਕਰੋ। Proper place of boasting is not in ourselves but in the Lord. ਸਹੀ ਚੀਜ਼ ਜਿਹਦਾ ਤੁਸੀਂ ਬਖਾਨ ਕਰਦੇ ਪਏ ਹੈਗੇ ਹੋ ਉਹ ਤੁਹਾਡੀ ਆਪਣੇ ਬਾਰੇ 'ਚ ਨਹੀਂ ਹੋਣਾ ਚਾਹੀਦਾ, ਉਹ ਪਰਮੇਸ਼ਵਰ ਦੇ ਬਾਰੇ 'ਚ ਹੋਣਾ ਚਾਹੀਦਾ। This is a great secret I use for prayer. ਪ੍ਰਾਰਥਨਾ ਵਾਸਤੇ ਇੱਕ ਬੜਾ ਇਹ ਗੁਪਤ ਰਹੱਸ ਹੈਗਾ ਜਿਹੜਾ ਮੈਂ ਆਪਣੇ ਪ੍ਰਾਰਥਨਾ ਦੇ ਇਸਤੇਮਾਲ ਕਰਦਾ। To focus my mind on God. ਕਿ ਆਪਣਾ ਦਿਮਾਗ ਜਿਹੜਾ ਹੈ ਮੈਂ ਪਰਮੇਸ਼ਵਰ ਦੇ ਉੱਤੇ ਲਾਵਾਂ। Jeremiah 9:23-24. ਯਰਮੀਆ 9:23-24 ਲਿਖਿਆ ਹੈ, Thus saith the Lord, let not the wise man glory in his wisdom, neither let the mighty man glory in his might, let not the rich man glory in his riches, but let him that glorieth glory in this,
that he understandeth and knoweth me, that I am the Lord which exercise loving kindness, judgment, and righteousness in the earth, and in these things I delight, says the Lord. यहोवा यो कहता है, बुद्धिमान अपनी बुद्धि पर घमंड ना करे, ना वीर अपनी वीरता पर, ना धनी अपने धन पर घमंड करे, परंतु जो घमंड करे वह इसी बात पर घमंड करे कि वह मुझे जानता और समझता है कि मैं ही वह यहोवा हूँ जो पृथ्वी पर करुणा, न्याय और धर्म का काम करता है, क्योंकि मैं इन्हीं बातों से प्रसन्न रहता हूँ. So when I read God's word, I read all the good things about God. ਜਦੋਂ ਮੈਂ ਪਰਮੇਸ਼ਰ ਦਾ ਵਚਨ ਪੜ੍ਹਨਾ ਤੇ ਜੋ ਅੱਛੀਆਂ ਚੀਜ਼ਾਂ ਹੈਗੀਆਂ ਸਾਰੀਆਂ ਮੈਂ ਉਹ ਪੜ੍ਹਨਾ ਉਹਨਾਂ The ਦੀਆਂ. Bible is filled with it. ਬਾਈਬਲ ਭਰੀ ਹੋਈ ਹੈ ਇਹਦੇ ਨਾਲ. So when you come in God's presence, come bearing these things that, Lord, I have read today, you are lover, you are a God who dwells in eternity, you are a God who is wonderful, you are God. So it will help you focus on God, not on yourself. ਜਦੋਂ ਤੁਸੀਂ ਪ੍ਰਾਰਥਨਾ ਦੇ ਅੰਦਰ ਆਉਂਦੇ ਹੈਗੇ ਹੋ, ਪਰਮੇਸ਼ਰ ਦੇ ਵਚਨ ਨੂੰ ਲੈ ਕੇ ਜਿਹੜਾ ਹੈਗਾ ਸਮਕਸ਼ ਲੈ ਕੇ ਤੁਸੀਂ ਇਹ ਸੋਚੋ ਕਿ ਪਰਮੇਸ਼ਰ ਕਿੰਨਾ ਅਦਭੁਤ ਹੈਗਾ ਤੇ ਕਿੰਨੀ ਵੱਡੀਆਂ ਚੀਜ਼ਾਂ ਕਰਦੇ, ਕਿੰਨਾ ਨਿਆਈ ਪਰਮੇਸ਼ਰ ਹੈਗਾ, ਤੇ ਤੁਹਾਡਾ ਦਿਮਾਗ ਜਿਹੜਾ ਉਹਨਾਂ ਤੇ ਰਹੇਗਾ. You boast to your neighbors, oh, I know my God is a God who is love, my God is full of loving kindness, my God is full this, instead of boasting about anything else. ਤੁਸੀਂ ਆਪਣੇ ਜਿਹੜਾ ਹੈਗਾ ਜਿਹੜੇ ਤੁਹਾਡੇ ਨੇਬਰ ਹੈਗੇ ਉਹਨਾਂ ਨੂੰ ਜਿਹੜੇ ਬਖਾਨ ਕਰੋ ਪਰਮੇਸ਼ਵਰ ਦੇ ਬਾਰੇ ਕਿ ਇਹ ਪਰਮੇਸ਼ਵਰ ਹੈਗਾ ਮੇਰਾ. Paul summarizes this whole thing in one sentence in 2 Corinthians 10:17. He that glorieth, let him glory in the Lord. 2 Corinthians 10:17. ਪੌਲ ਨੇ ਸੰਖਿਪਤ ਦੇ ਅੰਦਰ ਜਿਹੜਾ ਹੈਗਾ ਇੱਕ ਸੈਂਟੈਂਸ ਦੇ ਅੰਦਰ ਇਹਨੂੰ ਕਿਹਾ ਹੈ ਕਿ ਪਰੰਤੂ ਜੋ ਘਮੰਡ ਕਰੇ ਵਹ ਪ੍ਰਭੂ ਪਰ ਘਮੰਡ ਕਰੇ. Healthy pride always leads to self-assessment. ਅੱਛਾ ਸਵਾਭਿਮਾਨ ਜਿਹੜਾ ਹੈਗਾ ਉਹ ਹਮੇਸ਼ਾ ਆਪਣੇ ਆਪ ਨੂੰ ਤੋਲਦਾ ਹੈਗਾ. See, Paul writes in Romans 12:3. ਪੌਲ ਨੇ ਜਿਹੜਾ ਹੈਗਾ ਲਿਖਿਆ ਹੈਗਾ ਰੋਮਨਸ 12:3 ਚ, For I say unto you, through the grace given unto me, to every man that is among you, not to think of himself more highly than he ought to think, but to think soberly according as God has dealt to every man the measure of faith. क्योंकि मैं उस अनुग्रह के कारण जो मुझको मिला है तुम में से हर एक से कहता हूँ कि जैसा समझना चाहिए उससे बढ़कर कोई भी अपने आप को ना समझे, पर जैसा परमेश्वर ने हर एक को परिणाम के अनुसार बांट दिया है वैसा ही सुबुद्धि के साथ अपने को समझे. If God has given you certain thing, rejoice in it. ਜੇ ਪਰਮੇਸ਼ਵਰ ਨੇ ਤੁਹਾਨੂੰ ਕੋਈ ਚੀਜ਼ਾਂ ਜਿਹੜੀ ਦਿੱਤੀਆਂ ਹੈਗੀਆਂ ਤੁਸੀਂ ਉਹਦੇ 'ਚ ਖੁਸ਼ ਹੋਵੋ. If God has given you some gifts of the Holy Spirit, ਜੇ ਪਰਮੇਸ਼ਵਰ ਨੇ ਤੁਹਾਨੂੰ ਕੋਈ ਵਰਦਾਨ ਦਿੱਤੇ ਹੈਗੇ ਪਵਿੱਤਰ ਆਤਮਾ ਦੇ, rejoice in it. ਖੁਸ਼ ਹੋਵੋ ਉਹਨਾਂ 'ਚ. But don't think that you are better than somebody. ਲੇਕਿਨ ਇਹ ਨਾ ਸਮਝੋ ਕਿ ਤੁਸੀਂ ਕਿਸੇ ਹੋਰ ਕੋਲ ਜਿਹੜਾ ਹੈਗਾ ਬਿਹਤਰ ਹੈਗੇ ਹੋ. Again, Paul continues this in Galatians 6:3 and 4. ਪੌਲ ਨੇ ਇਹੀ ਚੀਜ਼ ਜਿਹੜੀ ਹੈਗੀ ਹੈ ਗਲਾਤੀਆਂ 6:3-4 ਚ ਲਿਖੀ ਹੈ. For if a man think of himself to be something when he is nothing, he deceiveth himself. But let every man prove his own work, and then he shall have rejoicing in himself alone and not in another. क्योंकि यदि कोई कुछ ना होने पर भी अपने आप को कुछ समझता है तो अपने आप को धोखा देता है, पर हर एक अपने ही काम को जांच ले और तब दूसरे के विषय में नहीं परंतु अपने ही विषय में उसको घमंड करने का अवसर होगा. When you have finished a good project, when you have finished, for example, you have written a song and you have recorded it and you are satisfied, rejoice in it. ਜੇ ਤੁਸੀਂ ਕੋਈ ਵੱਡਾ ਕੰਮ ਕੀਤਾ ਹੈਗਾ, ਵੱਡਾ ਮੁਕਾਮ ਕੀਤਾ ਹੈ, ਕੋਈ ਗਾਣਾ ਤੁਸੀਂ ਜਿਹੜਾ ਹੈਗਾ ਰਿਕਾਰਡ ਕੀਤਾ ਹੈਗਾ, ਉਹਦੇ ਬਾਅਦ ਜਿਹੜਾ ਹੈਗਾ ਤੁਸੀਂ ਹਰਸ਼ਿਤ ਹੋਵੋ. But it doesn't mean that you are better than anybody. This is the gift of God and I'm rejoicing in it. ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਕਿਸੇ ਹੋਰ ਕੋਲੋਂ ਬਿਹਤਰ ਹੈਗੇ ਹੋ. ਇਹ ਪਰਮੇਸ਼ਵਰ ਦਾ ਤੁਹਾਨੂੰ ਜਿਹੜਾ ਹੈਗਾ ਤੋਹਫਾ ਹੈਗਾ, ਉਹਦੇ 'ਚ ਖੁਸ਼ ਹੋਵੋ. Like God has given you something, He has given every Christian a gift in something else. ਜਿਸ ਤਰ੍ਹਾਂ ਤੁਹਾਨੂੰ ਇੱਕ ਤੋਹਫਾ ਮਿਲਿਆ ਹੈਗਾ ਪਰਮੇਸ਼ਵਰ ਕੋਲੋਂ, ਉਸੇ ਤਰ੍ਹਾਂ ਹਰ ਇੱਕ ਮਸੀਹੀ ਨੂੰ ਕੋਈ ਨਾ ਕੋਈ ਤੋਹਫਾ ਮਿਲਿਆ ਹੈਗਾ. Someone has said like this. ਕਿਸੇ ਨੇ ਇਸ ਤਰ੍ਹਾਂ ਕਿਹਾ, Humility is honestly assessing ourselves. ਦੀਨਤਾ ਜਿਹੜੀ ਹੈਗੀ ਹੈ ਤੁਸੀਂ ਆਪਣੇ ਆਪ ਦਾ ਮੁੱਲ ਜਿਹੜਾ ਹੈਗਾ ਜਾਂ ਤੋਲਣਾ ਜਿਹੜਾ ਹੈਗਾ ਸੱਚਾਈ ਦੇ ਨਾਲ ਕਰਨਾ. In God's holiness, in the light of God's holiness and our sinfulness. ਪਰਮੇਸ਼ਵਰ ਦੀ ਪਵਿੱਤਰਤਾਈ ਦੇ ਔਰ ਆਪਣੇ ਪਾਪੀ ਹੋਣ ਦੇ ਨਜ਼ਰੀਏ 'ਚ ਜਿਹੜਾ ਹੈਗਾ ਆਪਣੇ ਆਪ ਨੂੰ ਤੋਲਣਾ ਕਰੋ. True humility is not thinking less of yourself. ਸੱਚੀ ਦੀਨਤਾ ਇਹ ਨਹੀਂ ਹੈਗੀ ਕਿ ਤੁਸੀਂ ਇਹ ਸੋਚੋ ਕਿ ਹਾਂ ਵੀ ਮੈਂ ਸਭ ਤੋਂ ਘੱਟ ਹੈਗਾ, But thinking of yourself less. ਲੇਕਿਨ ਆਪਣੇ ਬਾਰੇ 'ਚ ਘੱਟ ਸੋਚਣਾ.
Timothy Keller calls this the freedom of self-forgetfulness. ਟਿਮਥੀ ਕਲਰ ਨੇ ਇਹਨੂੰ ਕਿਹਾ ਹੈਗਾ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਭੁੱਲ ਜਾਣਾ। We don't glorify God by minimizing the gifts that God has given us. ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੀ ਮਹਿਮਾ ਤਦ ਨਹੀਂ ਕਰਦੇ ਜਦੋਂ ਅਸੀਂ ਜੋ ਤੋਹਫੇ ਉਹਨਾਂ ਨੇ ਸਾਨੂੰ ਦਿੱਤੇ ਅਸੀਂ ਉਹਦੀ ਮਹਿਮਾ ਕਰਦੇ ਪਏ ਹਾਂ। We need to have a healthy pride in the things of God. ਸਾਨੂੰ ਜਿਹੜਾ ਹੈਗਾ ਅੱਛਾ ਸਵਾਭਿਮਾਨ ਹੋਣਾ ਚਾਹੀਦਾ ਹੈਗਾ ਪਰਮੇਸ਼ਵਰ ਦੀਆਂ ਚੀਜ਼ਾਂ ਦੇ ਉੱਤੇ। Through the things God is doing in our lives. ਜੋ ਚੀਜ਼ਾਂ ਸਾਡੇ ਜੀਵਨ ਦੇ ਅੰਦਰ ਪਰਮੇਸ਼ਵਰ ਕਰ ਰਹੇ ਉਹਨਾਂ ਤੇ। This is the view of pride in the scripture. ਵਚਨ ਦੇ ਅੰਦਰ ਜਿਹੜਾ ਹੈਗਾ ਇਹ ਦ੍ਰਿਸ਼ਟੀਕੋਣ ਹੈਗਾ ਅਹੰਕਾਰ ਦਾ। So how do you deal with pride? ਕਿ ਫਿਰ ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਡੀਲ ਕਰੋ। Number 1, ਸਭ ਤੋਂ ਪਹਿਲਾਂ read God's word with a heart or an attitude of submission. ਪਰਮੇਸ਼ਵਰ ਦਾ ਵਚਨ ਪੜ੍ਹੋ ਤੁਸੀਂ ਇਸ ਤਰ੍ਹਾਂ ਦੇ ਰਵੱਈਏ ਦੇ ਅੰਦਰ ਕਿ ਹਾਂ ਵੀ ਮੈਂ ਪਰਮੇਸ਼ਵਰ ਦੇ ਅਧੀਨ ਹੋਣਾ ਚਾਹੁੰਦਾ। Because many times Lord Jesus has said, he who has an ear, let him hear. ਕਿਉਂਕਿ ਪ੍ਰਭੂ ਯਿਸੂ ਨੇ ਬੜੀ ਵਾਰ ਕਿਹਾ ਹੈਗਾ ਕਿ ਜਿਹਦੇ ਕੋਲ ਕੰਨ ਹੈਗੇ ਉਹ ਸੁਣੇ। God's word is God's workbook. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਉਹਨਾਂ ਦੀ ਵਰਕਬੁੱਕ ਹੈਗੀ ਹੈ। It is a communicating tool. ਇਹ ਇਸ ਤਰ੍ਹਾਂ ਦਾ ਔਜ਼ਾਰ ਹੈਗਾ ਕਿ ਵੀ ਸਾਡੇ ਨਾਲ ਗੱਲ ਕਰਦਾ ਹੈ। And it is the standard operating manual for every human being. ਇਨਸਾਨ ਵਾਸਤੇ ਇਹ ਉਹ ਕੁੰਜੀ ਹੈਗੀ ਹੈ ਜਿਹਦੇ ਆਧਾਰ ਦੇ ਉੱਤੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। It requires an attitude of submission. ਇਹ ਹੈਗਾ ਕਿ ਵੀ ਤੁਹਾਡਾ ਰਵੱਈਆ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਪਰਮੇਸ਼ਵਰ ਦੇ ਤੁਸੀਂ ਅਧੀਨ ਹੋਵੋ। Willingness to learn and hear as we read. ਇੱਛਾ ਹੋਣੀ ਚਾਹੀਦੀ ਹੈ ਮਨ ਦੇ ਅੰਦਰ ਕਿ ਹਾਂ ਵੀ ਮੈਂ ਸੁਣ ਕੇ ਪੜ੍ਹ ਕੇ ਸੁਣ ਕੇ ਜਿਹੜਾ ਹੈਗਾ ਅਮਲ ਕਰਾਂ ਉਹਨਾਂ ਤੇ। Some people read it like stories. ਕਈ ਲੋਕ ਜਿਹੜਾ ਹੈਗਾ ਬਾਈਬਲ ਨੂੰ ਕਹਾਣੀਆਂ ਵਕਨ ਪੜ੍ਹਦੇ They ਹੈਗੇ। will only get stories. ਉਹਨਾਂ ਨੂੰ ਸਿਰਫ ਕਹਾਣੀਆਂ ਮਿਲਣਗੀਆਂ। If you read it carelessly, ਜੇ ਤੁਸੀਂ ਬਿਨਾਂ ਧਿਆਨ ਲਗਾਏ ਤੁਸੀਂ ਪੜ੍ਹਦੇ ਪਏ ਹੋ you will get nothing. ਕੁਝ ਵੀ ਨਹੀਂ ਮਿਲੇਗਾ। But if you read it willingly and obediently, ਜੇ ਤੁਸੀਂ ਇੱਛਾ ਦੇ ਅਨੁਸਾਰ ਜਿਹੜਾ ਹੈਗਾ ਔਰ ਆਗਿਆਕਾਰੀਤਾ ਦੇ ਨਾਲ ਪੜ੍ਹਦੇ ਹੋ then you will hear God. ਤਾਂ ਤੁਸੀਂ ਪਰਮੇਸ਼ਵਰ ਨੂੰ ਸੁਣੋਗੇ। That is the power of the word of God. ਇਹ ਜਿਹੜੀ ਹੈਗੀ ਹੈ ਸ਼ਕਤੀ ਹੈਗੀ ਹੈ ਪਰਮੇਸ਼ਵਰ ਦੇ ਵਚਨ ਦੀ। See, pride prevents you and me from doing that. ਅਹੰਕਾਰ ਜਿਹੜਾ ਹੈਗਾ ਸਾਨੂੰ ਰੋਕਦਾ ਹੈਗਾ ਇਹ ਸਭ ਚੀਜ਼ਾਂ ਕਰਨ ਨੂੰ। Andrew Murray wrote like this. ਐਂਡਰੂ ਮਰੇ ਨੇ ਇਸ ਤਰ੍ਹਾਂ ਕਿਹਾ, It is pride that made redemption necessary. ਇਹ ਅਹੰਕਾਰ ਹੈਗਾ ਸੀ ਜਿਸ ਦੇ ਕਾਰਨ ਜਿਹੜਾ ਹੈਗਾ ਪਰਮੇਸ਼ਵਰ ਦੀ ਛੁੱਟ ਜਿਹੜੀ ਹੈਗੀ ਹੈ ਜਿੱਤ ਜਿਹੜੀ ਹੈਗੀ ਹੈ ਸਾਡੇ ਜੀਵਨ ਦੇ ਅੰਦਰ ਉਹਦੀ ਲੋੜ ਪਈ ਸਾਨੂੰ। And it is from our pride that we need to be redeemed the most. ਔਰ ਇਹ ਸਾਡਾ ਅਹੰਕਾਰ ਹੀ ਹੈਗਾ ਜਿੱਤੋਂ ਸਾਨੂੰ ਛੁਡਾਇਆ ਜਾਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। Remember that it is pride that keeps us from prayer and Bible reading. ਧਿਆਨ ਰੱਖੋ ਕਿ ਇਹ ਅਹੰਕਾਰ ਹੈਗਾ ਕਿ ਜਿਹੜਾ ਸਾਨੂੰ ਪ੍ਰਾਰਥਨਾ ਔਰ ਪਰਮੇਸ਼ਵਰ ਦਾ ਵਚਨ ਪੜ੍ਹਨ ਤੋਂ ਦੂਰ ਕਰਦਾ ਹੈ। Pride will not keep us from listening to preachers. ਅਹੰਕਾਰ ਜਿਹੜਾ ਹੈਗਾ ਇਹਦੇ ਕਾਰਨ ਜਿਹੜਾ ਹੈਗਾ ਤੁਸੀਂ ਪ੍ਰੀਚਰ ਨੂੰ ਜਿਹੜਾ ਹੈਗਾ ਉਹਨਾਂ ਦੀ ਸਿੱਖਿਆ ਜਿਹੜੀ ਹੈਗੀ ਹੈ ਸੁਣਨ ਤੋਂ ਨਹੀਂ ਰੋਕੇਗਾ। Because if you don't make notes, it goes away. ਜੇ ਤੁਸੀਂ ਨੋਟਸ ਨਹੀਂ ਲਿਖੋਗੇ ਤੇ ਉਹ ਚਲਾ ਜਾਂਦਾ ਹੈ। Psychologists think that if we listen without making notes, we will retain only 30%. ਸਾਈਕੋਲੋਜੀ ਜਿਹੜੇ ਹੈਗੇ ਉਹਨਾਂ ਨੇ ਕਿਹਾ ਹੈ ਕਿ ਵੀ ਜੇ ਸਿਰਫ ਸੁਣੋਗੇ ਔਰ ਲਿਖੋਗੇ ਨਹੀਂ ਤੁਸੀਂ ਉਹਨੂੰ ਉਸ ਚੀਜ਼ ਨੂੰ ਤੇ 30% ਜਿਹੜਾ ਹੈਗਾ ਤੁਹਾਡੇ ਕੋਲ ਰਹੇਗਾ। If you make notes and read it, if you make notes, you will retain 70%. ਜੇ ਤੁਸੀਂ ਨੋਟਸ ਵੀ ਲਿਖੋਗੇ ਤਾਂ ਤੁਹਾਨੂੰ 70% ਜਿਹੜਾ ਹੈਗਾ ਤੁਹਾਡੇ ਕੋਲ ਰਹੇਗਾ। But if you listen, make notes and go and revise the notes, you will retain almost 95%. ਜੇ ਤੁਸੀਂ ਸੁਣੋਗੇ ਨੋਟਸ ਬਣਾਓਗੇ ਔਰ ਵਾਪਸ ਜਾ ਕੇ ਉਹਦੇ ਤੇ ਵਿਚਾਰੋਗੇ ਤਾਂ ਤੁਸੀਂ ਜਿਹੜਾ ਹੈਗਾ 100% ਦੇ ਨੇੜੇ ਤੇੜੇ ਤੁਹਾਨੂੰ। Pride doesn't want you to do these things. ਅਹੰਕਾਰ ਜਿਹੜਾ ਹੈਗਾ ਉਹ ਨਹੀਂ ਚਾਹੁੰਦਾ ਕਿ ਤੁਸੀਂ ਇਹ ਸਾਰੀ ਚੀਜ਼ਾਂ ਕਰੋ। Number 2, consider the cross. ਦੂਜਾ ਹੈਗਾ ਕਿ ਕਰੂਸ ਦੇ ਸਾਹਮਣੇ ਜਿਹੜੇ ਦੇਖੋ ਤੁਸੀਂ ਨਜ਼ਰ। Galatians 6:14 the Bible says, ਗਲਾਤੀਆਂ 6:14 ਚ ਲਿਖਿਆ ਹੈ, But God forbid that I should glory save in the cross of our Lord Jesus Christ, by whom the world is crucified unto me and I unto the world. पर ऐसा ना हो कि मैं और किसी बात का घमंड करूं, केवल हमारे प्रभु यीशु मसीह के क्रूस का, जिसके द्वारा संसार मेरी दृष्टि में और मैं संसार की दृष्टि में क्रूस पर चढ़ाया गया हूं। There is no room for boasting on the cross. क्रॉस के दे सामने ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਹੰਕਾਰ ਨਹੀਂ ਕਰ ਸਕਦੇ। Dr. Martin Lloyd Jones said like this. ਡਾਕਟਰ ਮਾਰਟਨ ਲਾਇਡ ਜੌਨ ਨੇ ਐਸਾ ਕਿਹਾ ਸੀ, There is one thing I know of that crushes me to the ground. ਇੱਕ ਚੀਜ਼ ਹੈਗੀ ਹੈ ਜਿਹੜਾ ਮੈਨੂੰ ਜਿਹੜਾ ਹੈਗਾ ਚਕਚੂਰ ਕਰ ਦਿੰਦੀ ਹੈਗੀ ਹੈ And humiliates me to the dust. ਔਰ ਮੈਨੂੰ ਜਿਹੜਾ ਹੈਗਾ ਮਿੱਟੀ ਵਾਕਨ ਜਿਹੜਾ ਹੈਗਾ ਬਣਾ ਦਿੰਦੀ ਹੈ।
And that is the look of the Savior on the cross. ਔਰ ਉਹ ਹੈਗਾ ਕਿ ਮੇਰਾ ਜਿਹੜਾ ਸੇਵੀਅਰ ਹੈਗਾ ਕਰੂਜ਼ ਦੇ ਉੱਤੇ ਪ੍ਰਭੂ ਯਿਸੂ ਮਸੀਹ ਉਹ ਕਿਸ ਤਰ੍ਹਾਂ ਦੇਖਦੇ ਪਏ ਨੇ। When I look at his face on the cross, ਜਦੋਂ ਮੈਂ ਉਹਨੇ ਚਿਹਰੇ ਨੂੰ ਦੇਖਣਾ ਹੈਗਾ ਕ੍ਰਾਸ ਦੇ ਉੱਤੇ, another man said, every time we look at the cross, he seems to be thinking that Lord Jesus is saying, I'm here because of you. ਇੱਕ ਹੋਰ ਕਿਸੇ ਇਨਸਾਨ ਨੇ ਕਿਹਾ ਹੈਗਾ ਕਿ ਹਮੇਸ਼ਾ ਜਦੋਂ ਵੀ ਉਹ ਕ੍ਰਾਸ ਦੀ ਉੱਪਰ ਨਜ਼ਰ ਉਠਾ ਕੇ ਦੇਖਦੇ ਹੈਗੇ ਇਸ ਤਰ੍ਹਾਂ ਲੱਗਦਾ ਕਿ ਪ੍ਰਭੂ ਯਿਸੂ ਕਹਿ ਰਹੇ ਕਿ ਮੈਂ ਇੱਥੇ ਹੈਗਾ ਤੁਹਾਡੇ ਕਾਰਨ। Nothing cuts us down to size like the cross. ਕ੍ਰਾਸ ਤੋਂ ਜ਼ਿਆਦਾ ਜਿਹੜਾ ਹੈਗਾ ਸਾਨੂੰ ਆਪਣੇ ਵਜੂਦ ਜਿਹੜਾ ਹੈਗਾ ਸਾਡਾ ਜਿੰਨਾ ਹੋਣਾ ਚਾਹੀਦਾ ਹੈ ਉਹਨਾਂ ਦਿਖਾਉਂਦਾ ਹੈਗਾ। It's a sad thing these days that Christians only think about the cross on Good Friday and not 365 days of the year. ਦੁਖਦ ਚੀਜ਼ ਹੈਗੀ ਹੈ ਕਿ ਸਿਰਫ ਕ੍ਰਾਸ ਨੂੰ ਜਿਹੜਾ ਹੈਗਾ ਗੁੱਡ ਫਰਾਈਡੇ ਦੇ ਦਿਨ ਦੇਖਾ ਕਿ ਬਾਰੇ ਵਿਚਾਰਦੇ ਹੈਗੇ ਔਰ ਬਾਕੀ ਦਿਨ ਨਹੀਂ ਵਿਚਾਰਦੇ। We sing that wonderful hymn, ਅਸੀਂ ਜਿਹੜਾ ਹੈਗਾ ਬਹੁਤ ਅੱਛਾ ਅਦਭੁਤ ਗਾਣਾ ਗਾਉਂਦੇ ਹੈਗੇ ਹਾਂ, when I survey the wondrous cross, ਕਿ ਜਦੋਂ ਮੈਂ ਵਿਚਾਰਨਾ ਹੈਗਾ ਕ੍ਰਾਸ ਦੇ ਕਰੂਜ਼ ਦੇ ਬਾਰੇ 'ਚ, on which the Prince of Glory died. ਜਿੱਥੇ ਜਿਹੜਾ ਹੈਗਾ ਮਹਿਮਾ ਦਾ ਰਾਜਾ ਜਿਹੜਾ ਹੈਗਾ ਉਹਨੇ ਆਪਣਾ ਜੀਵਨ ਤਿਆਗਤਾ। My richest gain I count but loss. ਮੇਰਾ ਸਭ ਤੋਂ ਜ਼ਿਆਦਾ ਬਹੁਮੁੱਲੀ ਚੀਜ਼ ਜਿਹੜੀ ਹੈਗੀ ਹੈ ਉਹਦੇ ਸਾਹਮਣੇ ਜਿਹੜਾ ਹੈਗਾ ਕੁਝ ਵੀ ਨਹੀਂ ਹੈ। And pour contempt on my pride. ਔਰ ਸੌਰੀ On pour contempt on my pride. ਔਰ ਮੇਰੇ ਅਹੰਕਾਰ ਦੇ ਉੱਤੇ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਕੰਟੈਂਪਟ ਜਿਹੜਾ ਹੈਗਾ ਪਾਇਆ ਉਹਨੇ। The more you meditate on the cross, my dear brothers and sisters, it will give you a way out of pride. ਜਿੰਨਾ ਜਿਹੜਾ ਹੈਗਾ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਲਾਓਗੇ ਜਿਹੜਾ ਹੈਗਾ ਉਹਨਾਂ ਜਿਹੜਾ ਹੈਗਾ ਤੁਹਾਡੇ ਅਹੰਕਾਰ ਨੂੰ ਘਟਾਏਗਾ। ਉਹ The cross cuts pride. ਕਰੂਜ਼ ਜਿਹੜਾ ਹੈਗਾ ਅਹੰਕਾਰ ਨੂੰ ਕੱਟ ਦਿੰਦਾ। The sacrifice, ਬਲੀਦਾਨ, the suffering, ਤਾੜਨਾ ਹੋਈ, the love, ਪਿਆਰ, the grace of our Lord Jesus Christ ਔਰ ਅਨੁਗ੍ਰਹਿ ਜਿਹੜਾ ਹੈਗਾ ਪ੍ਰਭੂ ਯਿਸੂ ਦਾ has transformed many a sinner. ਔਰ ਬੜੇ ਹੀ ਪਾਪੀਆਂ ਨੂੰ ਜਿਹੜਾ ਹੈਗਾ ਬਦਲਿਆ ਉਹਨਾਂ ਨੇ। Our pride will need to bow down at the cross. ਅਹੰਕਾਰ ਨੂੰ ਜਿਹੜਾ ਹੈਗਾ ਕਰੂਜ਼ ਦੇ ਸਾਹਮਣੇ ਝੁਕਣਾ ਪਏਗਾ। Live every day at the foot of the cross with your eye on the Savior. ਹਰ ਰੋਜ਼ ਦਾ ਦਿਨ ਜਿਹੜਾ ਹੈਗਾ ਕਰੂਜ਼ ਦੇ ਥੱਲੇ ਜਿਹੜਾ ਹੈਗਾ ਅੱਖਾਂ ਜਿਹੜੀਆਂ ਪਰਮੇਸ਼ਵਰ ਦੇ ਉੱਤੇ ਕਰਦੇ ਹੋਏ ਜੀਓ। Read God's word with submission. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਉਹਨਾਂ ਦੇ ਅਧੀਨ ਹੋ ਕੇ ਜਿਹੜਾ ਹੈਗਾ ਪੜੋ। Meditate on the cross. ਔਰ ਧਿਆਨ ਲਗਾਓ ਜਿਹੜਾ ਹੈਗਾ ਕਰੂਜ਼ ਦੇ ਉੱਤੇ। Number 3, ਤੀਜਾ ਨੰਬਰ, honor others before yourself. ਦੂਜੇ ਲੋਕਾਂ ਦਾ ਆਦਰ ਕਰੋ ਆਪਣੇ ਤੋਂ ਪਹਿਲਾਂ। Romans 12:10 the Bible says, ਰੋਮੀਓ 12:10 ਲਿਖਿਆ ਹੈਗਾ, be kindly affectioned one to another with brotherly love, in honor preferring one another. भाईचारे के प्रेम से एक दूसरे पर दया रखो, परस्पर आदर करने में एक दूसरे से बढ़कर चलो। This is a tough one. ये मुश्किल हैगा। This is where you can find out if there is pride in your life or my life. ਇੱਥੇ ਤੁਸੀਂ ਜਿਹੜਾ ਹੈਗਾ ਜਾਣ ਸਕਦੇ ਹੈਗੇ ਕਿ ਤੁਹਾਡੇ ਜੀਵਨ ਦੇ ਅੰਦਰ ਜਿਹੜਾ ਹੈਗਾ ਹੰਕਾਰ ਹੈਗਾ ਜਾਂ ਨਹੀਂ ਹੈਗਾ। It is easy to think that we are humble before God. ਇਹ ਬੜਾ ਆਸਾਨ ਹੈਗਾ ਸੋਚਣਾ ਕਿ ਅਸੀਂ ਪਰਮੇਸ਼ਵਰ ਦੇ ਸਾਹਮਣੇ ਦੀਨ ਹੈਗੇ ਆ। But how humble are we before other brothers and sisters, other men and women? ਲੇਕਿਨ ਅਸੀਂ ਕਿੰਨੇ ਵਿਨਮਰ ਔਰ ਕਿੰਨੇ ਦੀਨ ਹੈਗੇ ਆ ਦੂਜੇ ਲੋਕਾਂ ਆਦਮੀਆਂ ਔਰਤਾਂ ਦੇ ਸਾਹਮਣੇ। Humility before God is nothing if it cannot be proved in humility before others. ਦੀਨਤਾ ਪਰਮੇਸ਼ਵਰ ਦੇ ਸਾਹਮਣੇ ਕੁਝ ਵੀ ਨਹੀਂ ਹੈਗੀ ਜੇ ਦੂਜੇ ਲੋਕਾਂ ਦੇ ਸਾਹਮਣੇ ਨਹੀਂ ਹੁੰਦੀ ਤੇ। You see, the Bible talks about honoring one another. ਬਾਈਬਲ ਦੇ ਅੰਦਰ ਲਿਖਿਆ ਹੈਗਾ ਇੱਕ ਦੂਜੇ ਦਾ ਆਦਰ ਕਰੋ, Being servants of one another. ਇੱਕ ਦੂਜੇ ਦੇ ਦਾਸ ਬਣੋ, Submitting one another. ਇੱਕ ਦੂਜੇ ਦੇ ਸਬਮਿਟ ਕਰੋ, Consider others better than yourself. ਦੂਜਿਆਂ ਨੂੰ ਜਿਹੜਾ ਹੈਗਾ ਬਿਹਤਰ ਸਮਝੋ ਆਪਣੇ ਆਪ ਤੋਂ। As Christians, we should rejoice when God exalts others. ਮਸੀਹ ਹੋਣ ਦੇ ਨਾਤੇ ਜਦੋਂ ਦੂਜੇ ਲੋਕਾਂ ਨੂੰ ਪਰਮੇਸ਼ਵਰ ਉੱਪਰ ਉਠਾਉਂਦਾ ਹੈ ਸਾਨੂੰ ਹਰਸ਼ਿਤ ਹੋਣਾ ਚਾਹੀਦਾ। We should realize that the kingdom of God is being preached and expanded, whether it comes through me or my brother or my sister. ਇਸ ਚੀਜ਼ ਦਾ ਸਾਡੇ ਅੰਦਰ ਹਰਸ਼ ਹੋਣਾ ਚਾਹੀਦਾ ਹੈਗਾ ਕਿ ਪਰਮੇਸ਼ਵਰ ਦਾ ਰਾਜ ਜਿਹੜਾ ਹੈਗਾ ਉਹਦੀ ਸਿੱਖਿਆ ਦਿੱਤੀ ਜਾ ਰਹੀ ਹੈਗੀ ਹੈ ਲੋਕਾਂ ਨੂੰ, ਭਾਵੇਂ ਮੇਰੇ ਦੁਆਰਾ ਭਾਵੇਂ ਕਿਸੇ ਹੋਰ ਦੇ ਦੁਆਰਾ। It's called kingdom mentality. ਇਹਨੂੰ ਕਿਹਾ ਹੈਗਾ ਕਿ ਰਵੱਈਆ ਜਿਹੜਾ ਹੈਗਾ ਰਾਜ ਦਾ ਪਰਮੇਸ਼ਵਰ ਦੇ, Always about God. ਹਮੇਸ਼ਾ ਪਰਮੇਸ਼ਵਰ ਦੇ ਬਾਰੇ ਚ ਹੋਣਾ ਚਾਹੀਦਾ। Number 4, grow in love. ਕਿ ਪਿਆਰ ਦੇ ਅੰਦਰ ਜਿਹੜਾ ਹੈਗਾ ਹੋਰ ਜ਼ਿਆਦਾ, ਚੌਥਾ ਨੰਬਰ ਕਿ ਵੀ ਹੋਰ ਜ਼ਿਆਦਾ ਵਧੋ ਅੱਗੇ। You know, love is one of the flavors of the fruit of the Spirit. ਕਿ ਪਿਆਰ ਜਿਹੜਾ ਹੈਗਾ ਪਵਿੱਤਰ ਆਤਮਾ ਦਾ ਜਿਹੜਾ ਹੈਗਾ ਇੱਕ ਫਲ ਹੈਗਾ। This particular flavor, what it is in 1 Corinthians 13.
ਪਹਿਲੀ ਕੋਰਿੰਥੀਆਂ 13 ਦੇ ਅੰਦਰ ਜਿਹੜਾ ਹੈਗਾ ਇਸ ਨੂੰ ਦੇਖਨੇ ਹੈਗੇ ਅਸੀਂ 1 Corinthians 13:4 says like this. ਪਹਿਲਾ ਕੋਰਿੰਥੀਆਂ 13:4 ਚ ਲਿਖਿਆ ਹੈਗਾ Love suffereth long. 13:4. ਪ੍ਰੇਮ ਧੀਰਜਵੰਤ ਹੈ It is kind. और कृपाल है It envieth not. प्रेम ढा नहीं करता It wanteth not itself. प्रेम अपनी बढ़ाई नहीं करता And is not puffed up. और फूलता नहीं है Puffing up, I like the Hindi word, fulta nahi hai. ਮੈਨੂੰ ਇਹ ਹਿੰਦੀ ਦਾ ਲਫ਼ਜ਼ ਜਿਹੜਾ ਹੈਗਾ ਫੁੱਲਤਾ ਨਹੀਂ ਹੈ ਅੱਛਾ ਲੱਗਿਆ Only where fulta is good is in roti only. Anywhere else it's bad. ਫੁੱਲਣਾ ਜਿਹੜਾ ਹੈਗਾ ਸਿਰਫ ਰੋਟੀ 'ਚ ਠੀਕ ਹੈ ਬਾਕੀ ਸਾਰੀ ਚੀਜ਼ਾਂ ਖਰਾਬ ਹੈ Everywhere else is bad. Of ਬਾਕੀ course, ਸਭ ਬੇਕਾਰ in baking also they think that it is good. ਬੇਕਿੰਗ ਦੇ ਅੰਦਰ ਵੀ ਠੀਕ ਮੰਨਿਆ ਜਾਂਦਾ In baking and roti, the more it puffs up, it's better. ਬੇਕਿੰਗ ਰੋਟੀ ਦੇ ਅੰਦਰ ਜਿਸ ਤਰ੍ਹਾਂ ਜ਼ਿਆਦਾ ਫੁੱਲੇ ਤਾਂ ਵਧੀਆ ਹੈ But human beings not so good. ਇਨਸਾਨ ਦੇ ਅੰਦਰ ਅੱਛਾ ਨਹੀਂ ਹੈ God, love, it is not love. ਉਹ ਇਹ ਪਿਆਰ ਨਹੀਂ ਹੈਗਾ In concluding, I want to say this. ਅੰਤ 'ਚ ਕਹਿਣਾ ਚਾਹੁੰਦਾ Pride is a deadly sin. ਅਹੰਕਾਰ ਜਿਹੜਾ ਹੈਗਾ ਘਾਤਕ ਪਾਪ ਹੈ It kills spirituality. ਇਹਦੇ ਨਾਲ ਜਿਹੜਾ ਰੂਹਾਨੀ ਜੀਵਨ ਨੂੰ ਮਾਰਦਾ ਹੈਗਾ It was the first sin and it's the root of many sins. ਇਹ ਸਭ ਤੋਂ ਪਹਿਲਾ ਪਾਪ ਹੈਗਾ ਸੀ ਔਰ ਹਰ ਇੱਕ ਪਾਪ ਦਾ ਜਿਸ ਜੜ ਇਹ ਹੈਗਾ Pride is subtle. ਅਹੰਕਾਰ ਜਿਹੜਾ ਹੈਗਾ ਸਟਲ ਹੁੰਦਾ ਹੈ, It is hidden. ਛੁਪਿਆ Only the word of God can expose it. ਪਰਮੇਸ਼ਵਰ ਦਾ ਵਚਨ ਹੀ ਹੈਗਾ ਜਿਹੜਾ ਉਹਨੂੰ ਪ੍ਰਕਾਸ਼ਿਤ ਕਰ ਸਕਦਾ ਹੈ। Pride goes before a fall. ਇਹ ਗਿਰਨ ਤੋਂ ਪਹਿਲਾਂ ਅਹੰਕਾਰ ਆਉਂਦਾ ਹੈਗਾ Pride causes us to look down upon others and criticize others. ਅਹੰਕਾਰ ਜਿਹੜਾ ਹੈਗਾ ਸਾਨੂੰ ਦੂਜੇ ਲੋਕਾਂ ਨੂੰ ਨੀਚਾ ਦੇਖਣ ਨੂੰ ਮਜਬੂਰ ਕਰਦਾ ਹੈ Pride causes us to abuse our spouses, our friends and everyone else. ਅਹੰਕਾਰ ਜਿਹੜਾ ਹੈਗਾ ਸਾਡੇ ਕੋਲੋਂ ਦੁਰਵਿਵਹਾਰ ਜਿਹੜਾ ਹੈਗਾ ਆਪਣੇ ਪਤੀ ਪਤਨੀ ਔਰ ਦੂਜੇ ਲੋਕਾਂ ਨੂੰ ਕਰਨ ਨੂੰ ਮਜਬੂਰ ਕਰਦਾ ਹੈ Pride causes us to make us feel ourselves more important than others. ਅਹੰਕਾਰ ਜਿਹੜਾ ਹੈਗਾ ਸਾਨੂੰ ਇਹ ਦਰਸਾਉਂਦਾ ਹੈ ਕਿ ਵੀ ਅਸੀਂ ਬਾਕੀ ਲੋਕਾਂ ਤੋਂ ਬਿਹਤਰ ਹੈਗੇ ਹਾਂ I have come up with a new thing, okay? Listen to me. ਮੈਂ ਇੱਕ ਨਵੀਂ ਚੀਜ਼ ਲਿਆਏਗਾ We heard God is love. ਅਸੀਂ ਸੁਣਿਆ ਕਿ ਪਰਮੇਸ਼ਵਰ ਪ੍ਰੇਮ ਹੈ I'm going to add something. ਮੈਂ ਇੱਕ ਚੀਜ਼ ਹੋਰ ਐਡ ਕਰਨਾ Devil is pride. ਸ਼ੈਤਾਨ ਜਿਹੜਾ ਹੈਗਾ ਅਹੰਕਾਰ ਹੈ When we show lots of love, we show God's nature. ਜਦੋਂ ਅਸੀਂ ਬਹੁਤ ਪਿਆਰ ਦਿਖਾਉਂਦੇ ਹੈਗੇ ਅਸੀਂ ਪਰਮੇਸ਼ਵਰ ਦੀ ਪ੍ਰਕਿਰਤੀ ਦਿਖਾਉਂਦੇ ਹਾਂ When we are proud, we show devil's nature. ਜਦੋਂ ਅਸੀਂ ਅਹੰਕਾਰ ਹੁੰਦੇ ਹੈਗੇ ਆ ਤੇ ਅਸੀਂ ਦਿਖਾਉਂਦੇ ਹਾਂ ਸ਼ੈਤਾਨ ਦਾ Because of he's reveling in pride, devil now. ਸ਼ੈਤਾਨ ਜਿਹੜਾ ਹੈਗਾ ਇਸ ਵੇਲੇ ਬੜਾ ਹਰਸ਼ਿਤ ਹੋ ਰਿਹਾ ਹੈਗਾ ਅਭਿਮਾਨ ਦੇ ਅੰਦਰ I want to remind you, pride is deadly for our spiritual life. ਅਹੰਕਾਰ ਜਿਹੜਾ ਹੈਗਾ ਸਾਡੇ ਰੂਹਾਨੀ ਜੀਵਨ ਵਾਸਤੇ ਬਹੁਤ ਹੀ ਘਾਤਕ ਸਿੱਧ ਹੋ ਸਕਦਾ ਹੈ Deadly for our personal life ਆਪਣੇ ਵਿਅਕਤੀਗਤ ਜੀਵਨ ਵਾਸਤੇ and our corporate life. ਔਰ ਸਾਡੇ ਕਾਰਪੋਰੇਟ ਜ਼ਿੰਦਗੀ ਵਾਸਤੇ ਵੀ Let us submit to God and determine to overcome this. ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੇ ਅਧੀਨ ਹੋਣੇ ਹੈਗੇ ਆ ਤਾਂ ਕਿ ਅਸੀਂ ਇਹਦੇ ਤੇ ਜਿੱਤ ਪਾ ਸਕੀਏ Like what Charles Spurgeon said, ਜਿਸ ਤਰ੍ਹਾਂ ਚਾਰਲਸ ਪਰਜਨ ਨੇ you ਕਿਹਾ can either humble yourself or the Lord will do it for you. ਜਾਂ ਤੁਸੀਂ ਜਿਹੜਾ ਹੈਗਾ ਦੀਨ ਹੋ ਪਰਮੇਸ਼ਵਰ ਦੇ ਸਾਹਮਣੇ ਜਾਂ ਪਰਮੇਸ਼ਵਰ ਤੁਹਾਨੂੰ ਕਰਨ It's really your choice. ਇਹ ਤੁਹਾਡੀ ਚੁਣਨਾ ਹੈਗਾ ਤੁਹਾਡਾ Let's bow our heads, close our eyes. Think about it. Where do you stand? It's a hard thing to break down pride, but it is time that we do it. Let us be humble before God that we can usher in the revival. We can bring the Lord's work in the midst of our lives. Thank you, Father. I commit everyone into your hands, Lord, as they meditate on pride, as they have heard it. I pray that it will be retained on good ground, that it may bring forth fruit 20, 30, 60, 100-fold, Lord Jesus. Every single one of them, Lord Father. We pray for mercy, Lord. We pray for mercy. I commit them into your hands. You be glorified, you be exalted. In the name of our Lord Jesus we pray. Amen. Amen.